आन की। देवी देव देहो रे संतोख सिंह दूर होते। रीट मिट जाति कथा वेदन पुराण की। श्री गुरु गोबिंद सिंह पावन परम सूर। मूरत न होती जप करुणा निधान की। श्री गुरु गोबिंद सिंह पावन परम सूर। मूरत न होती जप करुणा निधान की। धन धन रामदास गुर जिन सिरया तिनै सवारिया। पूरी हुई करामात आप सिरजनहार तारिया। सिखी अतै संगति पार ब्रह्म कर नमस्कारिया। अटल अथाह अतुल तू तेरा अंत ना पारावारिया। जिन्नी तू सेविया भाव कर से तुद पारे उतारिया। लब लोभ काम क्रोध मोह मार कढे तुद सब परवारिया। धन सो तेरा थान है सच तेरा पैस कारिया। नानक तू लहना तू है गुर अमर तू विचारिया। गुर डिठा ता मन साधारिया। होवै सिफत खसमधि नूर अरसों कुरसों झटिया। तुद डिठे सच्चे पातशाह माल जन्म जन्म दी कटिया। तुद डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। तनासरी महला चौथा घर पहला चौपदे। एक ओंकार सतगुर प्रसाद। जो हर सेवे संत भगत तिनके सब पाप निवारी। हम ऊपर कृपा कर स्वामी रख संगत तुम जो प्यारी। हर गुण कह ना सको बनवारी। हम पापी पाथर नीर डुबत कर कृपा पाखण हम तारी। जो हर सेवै संत भगत तिनके सब पाप निवारी। वाहिगुरु जी का खालसा वाहिगुरु जी की फतेह। जुगो जुग अटल
ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੀ ਗੁਰਬਾਣੀ ਰਸ ਭਿੰਨੇ ਕੀਰਤਨ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤੇ। ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੇ ਜੋਤੀ ਜੋਤ ਜੋ ਦਿਹਾੜੇ ਹਨ। ਸੱਚਖੰਡ ਗਮਨ ਜੋ ਦਿਨ ਹੈ, ਉਹ ਅੱਜ ਦੇ ਦਿਨ ਮਹਾਰਾਜ ਜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਜ ਦੇ ਦਿਨ ਹਜ਼ੂਰ ਸਾਹਿਬ ਨਾਂਦੇੜ ਦੱਖਣ ਦੀ ਧਰਤੀ ਤੋਂ ਆਪਣਾ ਪੰਜ ਭੌਤਿਕ ਸਰੀਰ ਤਿਆਗਦਿਆਂ ਹੋਇਆਂ ਤੇ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਸਤਿਗੁਰਾਂ ਦੇ ਜੀਵਨ ਦੀ ਕਥਾ, ਜੋਤੀ ਜੋਤ ਦੀ ਕਥਾ ਵੀ ਆਪਾਂ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਜੋ ਸਤਿਗੁਰੂ ਜੀ ਸਾਨੂੰ ਹਰ ਰੋਜ਼ ਕਥਾ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ, ਆਓ ਕੁਝ ਸਮੇਂ ਵਾਸਤੇ ਮਨ ਦਾ ਧਿਆਨ ਟਿਕਾ ਕੇ ਭਾਵਨਾ ਨਾਲ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਤਨਾਸਰੀ ਰਾਗ ਹੈ। ਅੱਜ ਇਹ ਸਾਨੂੰ ਜਿਹੜਾ ਸ਼ਬਦ ਹੈ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਾਪਤ ਹੋ ਰਿਹਾ। ਤਨਾਸਰੀ ਮਹੱਲਾ ਚੌਥਾ, ਚੌਥੇ ਸਰੂਪ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਹ ਅੱਜ ਦਾ ਸ਼ਬਦ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਪਹਿਲੇ ਘਰ ਦੇ ਅੰਦਰ ਇਹ ਗਾਉਣ ਦਾ ਹੁਕਮ ਹੈ। ਜਿਸ ਵੇਲੇ ਰਾਗ ਪੜ੍ਹਿਆ ਜਾਂਦਾ, ਕੋਈ ਗਵਈਆ, ਕੋਈ ਰਾਗ ਨੂੰ ਗਾਉਣ ਵਾਲਾ, ਰਾਗ ਵਿਦਿਆ ਦਾ ਮਾਹਰ ਜਿਹੜਾ ਹੈ, ਉਸ ਨੂੰ ਮਹਾਰਾਜ ਹੁਕਮ ਕਰਦੇ ਕਿ ਜਦੋਂ ਇਸ ਰਾਗ ਨੂੰ ਪੜ੍ਹਨਾ ਹੈ, ਪਹਿਲੇ ਘਰ ਦੇ ਅੰਦਰ ਇਹ ਜਿਹੜਾ ਸ਼ਬਦ ਹੈ ਪੜ੍ਹਿਆ ਜਾਏਗਾ। ਚੌਪਦੇ, ਚੌ ਤੋਂ ਭਾਵ ਹੈ ਚਾਰ, ਤੇ ਪਦੇ ਕਹੀਏ ਪੌੜੀਆਂ। ਇਸ ਸ਼ਬਦ ਦੀਆਂ ਚਾਰ ਪੌੜੀਆਂ ਜਿਹੜੀਆਂ ਨੇ ਉਹ ਆਪਾਂ ਨੂੰ ਪ੍ਰਾਪਤ ਹੋਣਗੀਆਂ। ਚਾਰ ਪੌੜੀਆਂ ਦਾ ਇਹ ਸ਼ਬਦ ਔਰ ਗੁਰੂ ਰਾਮਦਾਸ ਮਹਾਰਾਜ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਆਪਾਂ ਸਰਵਣ ਕਰਨ ਜਾ ਰਹੇ ਹਾਂ। 666 ਅੰਗ ਦੇ ਉੱਪਰ ਮਹਾਰਾਜ ਨੇ ਇਹ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਪਰਮਾਤਮਾ ਜੋ ਹੈ, ਉਸ ਇੱਕ ਪਰਮਾਤਮਾ ਦਾ ਨਾਮ ਓਂਕਾਰ ਹੈ। ਪਰਮਾਤਮਾ ਦੇ ਨਾਮ ਤੇ ਗੁਰਮੁਖੋ ਬੇਅੰਤ ਨੇ। ਬੇਅੰਤ ਨਾਮਾਂ ਦੇ ਵਿੱਚੋਂ ਜਿਹੜਾ ਸ਼੍ਰੋਮਣੀ ਨਾਮ ਹੈ ਉਸ ਨੂੰ ਆਖਿਆ ਜਾਂਦਾ ਓਂਕਾਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਪਰਮਾਤਮਾ ਦਾ ਨਾਮ ਓਂਕਾਰ ਹੈ ਉਹ ਇੱਕ ਹੀ ਹੈ। ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਪਰਮਾਤਮਾ ਰਹਿਤ ਹੈ। ਐਸੇ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ, ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ ਹੁੰਦੀ ਹੈ। ਸਤਿਗੁਰੂ ਰਹਿਮਤ ਕਰਦੇ ਹਨ ਤਰੁੱਠ ਪੈਣ ਸਿੱਖ ਦੇ ਉੱਪਰ, ਤੇ ਸਤਿਗੁਰੂ ਫਿਰ ਐਸੇ ਪਰਮਾਤਮਾ ਦੀ ਪ੍ਰਾਪਤੀ ਕਰਵਾ ਦਿੰਦੇ। ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦਾ ਗੁਰੂ ਕਿਆ ਸਿੱਖਾ, ਤੇ ਸਤਿਗੁਰ ਪ੍ਰਸਾਦ, ਤੈਨੂੰ ਗੁਰੂ ਦੀ ਪ੍ਰਸਾਦ ਕਹੀਏ, ਕਿਰਪਾ ਲੈਣੀ ਪਵੇਗੀ। ਬਖਸ਼ਿਸ਼ ਲਵੇਂਗਾ ਤਾਂ ਇਹ ਦਾਤਾਂ ਪ੍ਰਾਪਤ ਹੋਣੀਆਂ ਹਨ। ਜੋ ਹਰ ਸੇਵੈ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਸਤਿਗੁਰੂ ਬਖਸ਼ਿਸ਼ ਕਰਦੇ, ਬੇਨਤੀ ਕਰਦੇ, ਕਹਿਣ ਲੱਗੇ ਐ ਪਰਮਾਤਮਾ, ਐ ਹਰੀ ਜੋ ਸੇਵੈ ਸੰਤ ਭਗਤ। ਇਹ ਹਰੀ ਹਰ ਪਰਮਾਤਮਾ ਜਿਹੜੇ ਸੰਤ ਜਾਂ ਭਗਤ ਆਪ ਜੀ ਦੀ ਸੇਵਾ ਕਰਦੇ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ। ਜਿਨ੍ਹਾਂ ਨੇ ਉਸ ਗੁਣੀ ਨਿਧਾਨ ਪਰਮਾਤਮਾ ਨੂੰ ਗਾਇਆ ਹੈ, ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ, ਸੇਵਾ ਕਰਨੀ ਨਾਮ ਜਪਣਾ ਹੀ ਹੈ।
ਜਿਹੜਿਆਂ ਸੰਤਾਂ ਨੇ ਭਗਤਾਂ ਨੇ ਪਰਮਾਤਮਾ ਤੇਰੀ ਸੇਵਾ ਕੀਤੀ ਹੈ ਤੇਰਾ ਨਾਮ ਜਪ ਕੇ, ਉਹਨਾਂ ਨੂੰ ਦਾਤ ਕੀ ਪ੍ਰਾਪਤ ਹੋਈ ਹੈ? ਤਿਨ ਕੇ ਸਭ ਪਾਪ ਨਿਵਾਰੀ, ਉਹਨਾਂ ਦੇ ਸਾਰੇ ਪਾਪ ਆਪ ਜੀਆਂ ਨੇ ਕੱਟ ਦਿੱਤੇ, ਪਾਪ ਰਹਿ ਕੋਈ ਨਹੀਂ ਗਿਆ। ਪਾਪ ਕਿਵੇਂ ਕੱਟੇ ਗਏ? ਤੇਰਾ ਨਾਮ ਜਪਣ ਕਰਕੇ। ਜਿਨ੍ਹਾਂ ਭਗਤਾਂ ਨੇ ਗੁਰਮੁਖਾਂ ਨੇ ਤੇਰਾ ਨਾਮ ਜਪਿਆ, ਉਹਨਾਂ ਦੇ ਆਪ ਜੀਆਂ ਨੇ ਸਾਰੇ ਪਾਪ ਕੱਟ ਦਿੱਤੇ। ਕਿਉਂਕਿ ਪਾਪਾਂ ਕਰਕੇ ਜਨਮ ਪ੍ਰਾਪਤ ਹੋਇਆ, ਪੁੰਨਾਂ ਕਰਕੇ ਜਨਮ ਪ੍ਰਾਪਤ ਹੋਇਆ। ਜਦੋਂ ਪਾਪ ਕੱਟੇ ਗਏ ਫਿਰ ਸੰਸਾਰ ਵਿੱਚ ਜਨਮ ਲੈ ਕੇ ਆ ਕੇ ਲੇਖਾ ਦੇਣ ਦਾ ਜਿਹੜਾ ਸਬੱਬ ਨਹੀਂ ਬਣੇਗਾ, ਨਹੀਂ ਲੇਖਾ ਦੇਣ ਵਾਸਤੇ ਜਨਮਾਂ ਵਿੱਚ ਆਉਣਾ ਪਵੇਗਾ। ਪਰ ਇਹ ਜਿਹੜੇ ਪਾਪ ਨੇ ਜਿਨ੍ਹਾਂ ਦਾ ਲੇਖਾ ਹੋਣਾ, ਇਹ ਨਾਮ ਜਪਿਆਂ ਕੱਟੇ ਜਾ ਸਕਦੇ, ਨਾਮ ਜਪੇ ਤੋਂ ਬਿਨਾਂ ਕੱਟੇ ਨਹੀਂ ਜਾ ਸਕਦੇ। ਤੇ ਸਤਿਗੁਰੂ ਬਖਸ਼ਿਸ਼ ਕਰਦੇ, ਜੋ ਹਰ ਸੇਵੈ ਸੰਤ ਭਗਤ, ਇਹ ਹਰੀ ਹਰ ਪ੍ਰਮਾਤਮਾ ਜਿਹੜੇ ਸੰਤ ਭਗਤ ਆਪ ਜੀ ਦੀ ਸੇਵਾ ਕਰਦੇ, ਆਪ ਜੀ ਦਾ ਚਿੰਤਨ ਕਰਦੇ, ਜਿਹੜੇ ਨਾਮ ਜਪਦੇ ਨੇ, ਤਿਨ ਕੇ ਸਭ ਪਾਪ ਨਿਵਾਰੀ, ਉਹਨਾਂ ਦੇ ਆਪ ਜੀ ਸਾਰੇ ਪਾਪ ਜਿਹੜੇ ਨਾ ਉਹ ਨਿਵਾਰ ਦਿੰਦੇ, ਉਹ ਕੱਟ ਦਿੰਦੇ, ਉਹ ਪਾਪ ਉਹਨਾਂ ਦੇ ਰਹਿ ਨਹੀਂ ਜਾਂਦੇ ਹਨ। ਹਮ ਉਪਰ ਕਿਰਪਾ ਕਰ ਸੁਆਮੀ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਆਪਣੇ ਆ ਭਗਤਾਂ ਸੰਤਾਂ ਦੇ ਕਿਰਪਾ ਕੀਤੀ ਹੈ ਨਾ, ਨਾਮ ਜਪਣ ਦੀ ਸਮਰੱਥਾ ਤੇ ਬਲ ਬੁੱਧੀ ਬਖਸ਼ੀ ਹੈ, ਇਸੇ ਤਰ੍ਹਾਂ ਸਾਡੇ ਤੇ ਵੀ ਕਿਰਪਾ ਕਰੋ, ਉਹਨਾਂ ਭਗਤਾਂ ਵਾਂਗ, ਉਹਨਾਂ ਗੁਰਮੁਖਾਂ ਦੇ ਵਾਂਗ। ਹਮ ਉਪਰ ਕਿਰਪਾ ਕਰ ਸੁਆਮੀ, ਐ ਸੁਆਮੀ ਮਾਲਕ ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰੋ। ਜਿਨ੍ਹਾਂ ਭਗਤਾਂ ਨੇ ਨਾਮ ਜਪਿਆ ਉਹਨਾਂ ਤੇ ਕਿਰਪਾ ਹੋ ਰਹੀ ਹੈ, ਉਹਨਾਂ ਦੇ ਪੈਰਾਂ ਪਿੱਛੇ, ਉਹਨਾਂ ਦੀ ਕਮਾਈ ਪਿੱਛੇ ਸਾਡੇ ਤੇ ਵੀ ਕਿਰਪਾ ਕਰ ਦਿਓ, ਸਾਡੇ ਤੇ ਵੀ ਰਹਿਮਤ ਕਰਨਾ ਕਰੋ। ਰੱਖ ਸੰਗਤ ਤੁਮ ਜੋ ਪਿਆਰੀ, ਜੋ ਆਪ ਜੀ ਦੀ ਪਿਆਰੀ ਸੰਗਤ ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਤ ਸੰਗਤ ਜਾਂ ਗੁਰੂ ਕੀ ਸੰਗਤ ਜਾਂ ਗੁਰਮੁਖਾਂ ਦੀ ਸੰਗਤ, ਨਾਮ ਜਪਣ ਵਾਲਿਆਂ ਦੀ, ਐਸੀ ਸੰਗਤ ਵਿੱਚ ਮਹਾਰਾਜ ਸਾਨੂੰ ਵੀ ਰੱਖਣਾ ਕਰੋ। ਤੇ ਜਿਨ੍ਹਾਂ ਦੇ ਵਿੱਚ ਰਹੀਏ ਨਾ ਉਹੋ ਜਿਹੇ ਹੋ ਜਾਈਦਾ, ਜਿਹੋ ਜਿਹੀ ਸੰਗਤ ਮਿਲੇ। ਕਹਿਣ ਲੱਗੇ ਕੋਈ ਵਿਅਕਤੀ ਨਾ ਇੱਕ ਤੋਤਾ ਸਾਧੂ ਕਿਸੇ ਨੂੰ ਲਿਆ ਕੇ ਦੇ ਗਿਆ, ਤੇ ਇੱਕ ਤੋਤਾ ਚੋਰ ਨੂੰ ਪ੍ਰਾਪਤ ਹੋ ਗਿਆ। ਹੁਣ ਤੋਤੇ ਦੋਨੇ ਹੀ ਬੋਲਦੇ ਨੇ, ਪਰ ਸੰਗਤ ਦੋਨਾਂ ਦੀ, ਇੱਕ ਨੂੰ ਸਾਧੂ ਦੀ ਸੰਗਤ ਤੇ ਇੱਕ ਨੂੰ ਚੋਰ ਦੀ ਸੰਗਤ ਮਿਲਦੀ ਹੈ। ਜਿਹੜਾ ਚੋਰ ਦੀ ਸੰਗਤ ਵਾਲਾ ਤੋਤਾ ਹੈ ਉਹ ਹਮੇਸ਼ਾ ਇਹ ਗੱਲ ਕਹਿੰਦਾ, ਭੱਜ ਜਾਓ, ਵੱਜ ਜਾਓ, ਕੋਈ ਪਕੜ ਨਾ ਲਵੇ। ਕਿਉਂਕਿ ਚੋਰ ਦਾ ਕੰਮ ਹੀ ਹੈ ਨਾ ਚੋਰੀ ਕਰਕੇ ਸਾਵਧਾਨ ਰਹਿਣਾ, ਵੀ ਮੈਨੂੰ ਕੋਈ ਪਕੜ ਨਾ ਲਵੇ, ਮੈਂ ਫੜਿਆ ਨਾ ਜਾਵਾਂ, ਮੈਨੂੰ ਕੋਈ ਮਾਰੇ ਨਾ। ਜਿਹੋ ਜਿਹੀਆਂ ਗੱਲਾਂ ਉਹਦੇ ਨੇੜੇ ਚੱਲਦੀਆਂ, ਤੋਤਾ ਉਹੋ ਜਿਹੀ ਭਾਸ਼ਾ ਤੇ ਉਹੋ ਜਿਹੀਆਂ ਗੱਲਾਂ ਸਿੱਖ ਗਿਆ, ਵੀ ਭੱਜ ਜਾਓ, ਵੱਜ ਜਾਓ, ਬਚਾ ਲਓ ਆਪਣੇ ਆਪ ਨੂੰ। ਤੇ ਦੂਸਰਾ ਤੋਤਾ ਜਿਹੜਾ ਸਾਧੂ ਦੇ ਕੋਲ ਲੈਂਦਾ, ਉਹਨੂੰ ਜਿਹੜਾ ਵੀ ਕੋਈ ਆਉਂਦਾ ਉਹਨੂੰ ਕਹਿਣ ਲੱਗਾ ਵੀ ਆਓ ਰਾਮ ਪਿਆਰੇ, ਰਾਮ ਰਾਮ ਕਹੋ, ਰਾਮ ਰਾਮ ਕਹੋ, ਰਾਮ ਰਾਮ ਜਪੋ। ਫਰਕ ਕਿੱਥੇ ਪੈ ਗਿਆ? ਸੰਗਤ ਵਿੱਚ ਪੈ ਗਿਆ। ਇੱਕ ਨੂੰ ਚੋਰ ਦੀ ਸੰਗਤ ਹੈ, ਉਹਦੀ ਬੋਲ ਬਾਣੀ, ਉਹਦਾ ਸੁਭਾਅ, ਉਹਦੀ ਸੋਚ ਉਸ ਤਰ੍ਹਾਂ ਦੀ ਹੈ। ਇੱਕ ਨੂੰ ਸੰਗਤ ਮਿਲ ਗਈ ਸਾਧੂ ਦੀ, ਉਹਦੀ ਬੋਲ ਬਾਣੀ, ਉਹਦਾ ਸੁਭਾਅ ਦੂਸਰੇ ਤਰ੍ਹਾਂ ਦਾ। ਇਹ ਗੁਰਮੁਖੋ ਸੰਗਤ ਬਹੁਤ ਵੱਡੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਸ ਤਰ੍ਹਾਂ ਦੀ ਸੰਗਤ ਵਿੱਚ ਰਹੋਗੇ ਨਾ, ਉਹ ਸੰਗਤ ਦੀ ਛਾਪ ਤੁਹਾਡੇ ਸਰੀਰ ਦੇ ਉੱਪਰ ਵੀ ਪਵੇਗੀ, ਤੁਹਾਡੇ ਪਹਿਰਾਵੇ 'ਤੇ ਵੀ ਪਵੇਗੀ, ਤੁਹਾਡੇ ਖਾਣ ਪੀਣ ਦੇ ਉੱਪਰ ਵੀ ਉਹਦਾ ਅਸਰ ਪਵੇਗਾ, ਤੁਹਾਡੇ ਬੋਲ ਚਾਲ 'ਤੇ ਵੀ ਅਸਰ ਪਵੇਗਾ, ਤੁਹਾਡੇ ਕਰੈਕਟਰ 'ਤੇ, ਜੀਵਨ 'ਤੇ ਵੀ ਉਹਦਾ ਅਸਰ ਪਵੇਗਾ। ਤਾਂ ਕਰਕੇ ਮਹਾਰਾਜ ਜੀ ਨੇ ਆਖਿਆ, ਸਤਿਗੁਰੂ ਕਹਿਣ ਲੱਗੇ ਮਹਾਰਾਜ ਸੰਗਤ ਹੀ ਸਾਨੂੰ ਉਹਨਾਂ ਦੀ ਦੇ ਜਿਹੜੇ ਤੇਰੇ ਪਿਆਰ ਵਾਲੇ ਨੇ, ਤੇ ਫਿਰ ਉਹਨਾਂ ਦੀ ਸੰਗਤ ਵਿੱਚ ਅਸੀਂ ਜਾਵਾਂਗੇ ਤੇ ਸਾਡੇ ਮਨ ਵਿੱਚ ਵੀ ਪਿਆਰ ਪੈਦਾ ਹੋਵੇਗਾ। ਸੰਗਤ ਆਪਣੀ ਛਾਪ ਛੱਡਦੀ ਹੈ। ਚੋਰ ਦੀ ਸੰਗਤ, ਸਾਧੂ ਦੀ ਸੰਗਤ, ਜਿਸ ਤਰ੍ਹਾਂ ਦੀ ਸੰਗਤ ਵਿੱਚ ਬੈਠੇਗਾ ਉਹੋ ਜਿਹਾ ਸੁਭਾਅ, ਉਹੋ ਜਿਹਾ ਗੁਣ ਆ ਜਾਣਗੇ। ਹਮ ਉਪਰ ਕਿਰਪਾ ਕਰ ਸੁਆਮੀ, ਐ ਸੁਆਮੀ ਮਾਲਕ ਸਾਡੇ ਤੇ ਕਿਰਪਾ ਕਰੋ। ਕਿਰਪਾ ਇਹ ਕਰੋ, ਰਾਖੋ ਸੰਗਤ ਤੁਮ ਜੋ ਪਿਆਰੀ। ਜਿਹੜੀ ਸੰਗਤ ਤੁਹਾਡੀ ਪਿਆਰੀ ਹੈ ਨਾ, ਜਿਹਨੂੰ ਤੁਸੀਂ ਬਖਸ਼ ਦਿੱਤਾ,
ਪਰਮਾਤਮਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਸਤ ਸੰਗਤ ਸਾਨੂੰ ਦੇ ਦਿਓ। ਤੇ ਸੰਗਤ ਕਿਹੜੀ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜੇ ਸੰਗਤ ਵਿੱਚ ਆਪਾਂ ਬੈਠੇ ਹਾਂ, ਇੱਥੇ ਪਰਮਾਤਮਾ ਆਪ ਸੰਗਤ ਵਿੱਚ ਸਰੀਰਾਂ ਵਿੱਚ ਵਸਿਆ ਹੋਇਆ। ਐਸੀ ਸੰਗਤ ਦਿਓ ਤਾਂ ਕਿ ਸਾਡਾ ਭਲਾ ਹੋ ਜਾਣਾ ਕਰੇ। ਹਰ ਗੁਣ ਕਹਿ ਨਾ ਸਕੋ ਬਨਵਾਰੀ। ਐ ਸੰਸਾਰ ਰੂਪੀ ਬਣ ਦੇ ਮਾਲਕ ਪਰਮਾਤਮਾ, ਮੈਂ ਆਪ ਜੀ ਦੇ ਗੁਣ ਕਹਿ ਨਹੀਂ ਸਕਦਾ। ਆਪ ਜੀ ਦੇ ਗੁਣ ਹੈ ਨਹੀਂ ਬੜੇ ਬੇਅੰਤ, ਤੇ ਬੇਅੰਤ ਗੁਣਾਂ ਦਾ ਮੈਂ ਵਰਣਨ ਨਹੀਂ ਕਰ ਸਕਦਾ। ਤੇ ਦੂਜੀ ਗੱਲ ਹੈ ਵੀ ਮੇਰੇ ਵਿੱਚ ਤੇ ਇੰਨੀ ਸਮਰੱਥਾ ਨਹੀਂ ਨਾ, ਇੰਨਾ ਬਲ ਵੀ ਮੇਰੇ ਵਿੱਚ ਨਹੀਂ ਹੈ ਕਿ ਮੈਂ ਆਪਣੀ ਤਾਕਤ ਦੇ ਨਾਲ ਤੇਰੇ ਗੁਣਾਂ ਦਾ ਵਰਣਨ ਕਰਾਂ। ਮਹਾਰਾਜ ਕਹਿਣ ਲੱਗੇ ਤੇਰਾ ਜੋਰ ਚਾਚਰੀ ਛੰਦ। ਪਰਮਾਤਮਾ ਦੀ ਬਖਸ਼ਿਸ਼ ਬਲ ਦੇ ਨਾਲ ਹੀ ਉਹਦੇ ਛੰਦ ਗਾਏ ਜਾ ਸਕਦੇ, ਉਹਦੀ ਵਡਿਆਈ ਕੀਤੀ ਜਾ ਸਕਦੀ ਹੈ। ਹਰ ਗੁਣ ਕਹਿ ਨਾ ਸਕੋ ਬਨਵਾਰੀ। ਇਹ ਸੰਸਾਰ ਰੂਪੀ ਬਣ ਦੇ ਮਾਲਕ ਪਰਮਾਤਮਾ, ਮੈਂ ਤੇਰੇ ਗੁਣਾਂ ਨੂੰ ਆਪਣੀ ਤਾਕਤ ਨਾਲ ਕਹਿ ਨਹੀਂ ਸਕਦਾ। ਹਾਂ, ਜੇ ਤੇਰੇ ਗੁਣ ਗਾਉਣੇ ਨੇ ਉਹਦੇ ਵਾਸਤੇ ਵੀ ਮੈਨੂੰ ਆਪ ਜੀ ਦਾ ਬਲ ਚਾਹੀਦਾ, ਆਪ ਜੀ ਦੀ ਬਖਸ਼ਿਸ਼ ਚਾਹੀਦੀ ਹੈ। ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਹਮ ਤਾਰੀ। ਸਤਿਗੁਰੂ ਪਾਤਸ਼ਾਹ ਜੀ, ਅਸੀਂ ਬਹੁਤ ਵੱਡੇ ਪਾਪੀ ਹਾਂ ਤੇ ਪਾਪ ਕਰ ਕਰਕੇ ਪੱਥਰ ਦੇ ਵਾਂਗ ਬੜੇ ਭਾਰੀ ਹੋ ਰਹੇ। ਸਾਡੇ ਮਨ ਜਿਹੜੇ ਨੇ ਪੱਥਰ ਦੇ ਵਾਂਗ ਬੜੇ ਕਠੋਰ ਹੋ ਰਹੇ ਨੇ। ਪੱਥਰ ਕਠੋਰ ਹੁੰਦਾ ਨਾ, ਪੱਥਰ ਕਿਸੇ ਨੂੰ ਵੱਜੇਗਾ ਤੇ ਸੱਟ ਜ਼ਰੂਰ ਲਾਏਗਾ, ਪਰ ਕਿਸੇ ਦੇ ਨਾਲ ਵੱਜ ਕੇ ਨਰਮ ਨਹੀਂ ਹੋਏਗਾ। ਸਤਿਗੁਰੂ ਉਸ ਪੱਥਰ ਦੇ ਵਾਂਗ ਸਾਡੇ ਮਨ ਨੇ। ਅਸੀਂ ਪੱਥਰ ਦੇ ਵਾਂਗ ਕਠੋਰ ਹੋ ਗਏ ਤੇ ਪਾਪ ਕਰਕੇ ਹੋ ਗਏ ਹਾਂ ਭਾਰੀ। ਤੇ ਸਤਿਗੁਰੂ ਪਾਤਸ਼ਾਹ ਅਸੀਂ ਡੁੱਬਦੇ ਪਏ ਸੰਸਾਰ ਰੂਪੀ ਸਮੁੰਦਰ ਦੇ ਵਿੱਚ। ਤੇ ਕਿਰਪਾ ਕਰਕੇ ਕਰ ਕਿਰਪਾ ਪਾਖਣ ਹਮ ਤਾਰੀ। ਮੇਰੇ ਵਰਗੇ ਪੱਥਰਾਂ ਨੂੰ ਆਪ ਜੀ ਤਾਰ ਲਓ, ਬਾਹਰ ਕੱਢ ਲਓ। ਜੇ ਤੁਸੀਂ ਕਿਰਪਾ ਕਰੋ ਤੇ ਪੱਥਰ ਵੀ ਤਰ ਜਾਂਦੇ, ਪਰ ਤੁਹਾਡੀ ਕਿਰਪਾ ਦੇ ਨਾਲ। ਮੈਂ ਮਨ ਦਾ ਕਠੋਰ ਹਾਂ ਤੇ ਕਠੋਰਤਾ ਹੀ ਪੱਥਰ ਵਿੱਚ ਹੁੰਦੀ ਹੈ, ਇਸ ਕਰਕੇ ਮੈਂ ਪੱਥਰ ਹਾਂ। ਤੇ ਮੇਰੇ ਮਨ ਦੇ ਵਿੱਚ ਵਿਸ਼ੇ ਵਿਕਾਰ ਨੇ, ਪਾਪ ਨੇ, ਇਹ ਮੇਰਾ ਭਾਰੀਪਣ ਹੈ। ਇਹਨਾਂ ਵਿਕਾਰਾਂ ਕਰਕੇ ਮੈਂ ਦੁਨੀਆ ਵਿੱਚ ਡੁੱਬਦਾ ਪਿਆ। ਤੇ ਸਤਿਗੁਰੂ ਕਿਰਪਾ ਕਰੋ, ਸਾਨੂੰ ਇੱਥੋਂ ਕੱਢ ਲਓ, ਸਾਨੂੰ ਇੱਥੋਂ ਬਚਾ ਲੈਣਾ ਕਰੋ। ਐਸੀ ਦਾਤ ਜਿਹੜੀ ਹੈ ਸਤਿਗੁਰੂ ਸਾਨੂੰ ਬਖਸ਼ਿਸ਼ ਕਰੋ। ਫਿਰ ਫਰਮਾਉਂਦੇ ਹਨ ਹਮ ਪਾਪੀ ਪਾਥਰ ਨੀਰ ਡੁਬਤ। ਸਤਿਗੁਰੂ ਪਾਤਸ਼ਾਹ ਜੀ, ਇਹ ਜਿਹੜਾ ਵਿਸ਼ੇ ਵਿਕਾਰਾਂ ਦਾ ਜਲ ਹੈ ਨਾ, ਇਹਦੇ ਵਿੱਚ ਅਸੀਂ ਡੁੱਬਦੇ ਪਏ ਹਾਂ। ਵਿਕਾਰਾਂ ਰੂਪੀ ਜਲ ਦੇ ਵਿੱਚ ਡੁੱਬੇ ਹੋਏ ਹਾਂ। ਕਿਸੇ ਨੂੰ ਲੋਭ ਹੈ, ਕਿਸੇ ਨੂੰ ਕਾਮ ਹੈ, ਕਿਸੇ ਨੂੰ ਮੋਹ ਹੈ, ਕਿਸੇ ਨੂੰ ਕ੍ਰੋਧ ਹੈ। ਇਹ ਨੇ ਵਿਕਾਰ, ਇਹ ਨੇ ਵਿਸ਼ੇ। ਨਿੰਦਿਆ ਤੇ ਚੁਗਲੀ ਇਹ ਹੈ ਵਿਸ਼ਾ। ਕੋਈ ਕੰਨਾਂ ਦੇ ਸੁਣਨ ਦਾ, ਕੋਈ ਅੱਖਾਂ ਦੇ ਵੇਖਣ ਦਾ, ਕੋਈ ਮੂੰਹ ਦੇ ਬੋਲਣ ਦਾ। ਇਹ ਨੇ ਵਿਸ਼ੇ। ਇਹਨਾਂ ਵਿਸ਼ਿਆਂ ਵਿੱਚ ਮਹਾਰਾਜ ਅਸੀਂ ਡੁੱਬੇ ਹੋਏ ਹਾਂ। ਤੇ ਕਿਰਪਾ ਕਰਕੇ ਸਾਨੂੰ ਕੱਢ ਲਓ, ਇਹਨਾਂ ਵਿਸ਼ਿਆਂ ਤੋਂ ਆਪ ਜੀ ਰੱਖਿਆ ਕਰੋ। ਐਸੀ ਬਖਸ਼ਿਸ਼ ਕਰਦੇ। ਫਿਰ ਫਰਮਾਉਂਦੇ ਹਨ ਹਮ ਪਾਪੀ ਪਾਥਰ ਨੀਰ ਡੁਬਤ। ਇਹ ਨੀਰ ਕੀ ਹੈ? ਪਾਣੀ ਕੀ ਹੈ? ਪਦਾਰਥਾਂ ਦਾ। ਇਹ ਪਦਾਰਥਾਂ ਰੂਪੀ ਜਿਹੜਾ ਪਾਣੀ ਹੈ ਨਾ, ਇਹਦੇ ਵਿੱਚ ਵੀ ਮਹਾਰਾਜ ਅਸੀਂ ਡੁੱਬਦੇ ਪਏ। ਕਦੇ ਕਦੇ ਸਾਡੀ ਬਿਰਤੀ ਬਹੁਤੀ ਮਾਇਆ ਵੇਖ ਕੇ ਤੇ ਉੱਥੇ ਵੀ ਹਾਰ ਜਾਂਦੀ ਹੈ। ਤੇ ਕਦੇ ਕਦੇ ਬਹੁਤਾ ਸੋਹਣਾ ਗਹਿਣਾ ਵੇਖ ਕੇ ਉੱਥੇ ਵੀ ਬਿਰਤੀ ਸਾਡੀ ਹਾਰ ਜਾਂਦੀ ਹੈ। ਬਹੁਤਾ ਸੋਹਣਾ ਖਾਣ ਵਾਲਾ ਪਦਾਰਥ ਵੇਖ ਲਈਏ, ਉੱਥੇ ਵੀ ਮੱਤ ਹਾਰ ਜਾਂਦੀ ਹੈ। ਇਹ ਹੈ ਪਦਾਰਥਾਂ ਵਿੱਚ ਡੁੱਬਣਾ। ਪਹਿਲਾ ਬਚਨ ਇਹ ਸੀ ਵੀ ਵਿਸ਼ਿਆਂ ਵਿੱਚ ਡੁੱਬੇ ਹਾਂ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਕੋਈ ਨਾ ਕੋਈ ਵਿਕਾਰ ਢਾਹ ਹੀ ਲੈਂਦਾ ਆ ਕੇ। ਤੇ ਜੇ ਉੱਥੋਂ ਨਿਕਲੇ ਆ ਤੇ ਫਿਰ ਪਦਾਰਥਾਂ ਨੇ ਢਾਲਿਆ। ਪਦਾਰਥਾਂ ਵਿੱਚ ਖਾਣ ਦੀ ਗੱਲ ਹੋ ਸਕਦੀ ਹੈ। ਕਈ ਵਾਰੀ ਖਾਣ ਵਾਲਾ ਪਦਾਰਥ ਇਹੋ ਜਿਹਾ ਅੱਗੇ ਆ ਜਾਂਦਾ, ਧਰਮ ਰੋਕਦਾ, ਮਰਿਆਦਾ ਰੋਕਦੀ ਹੈ। ਕਹਿਣ ਲੱਗਾ ਮਰਿਆਦਾ ਵੱਲੇ ਬਾਅਦ ਵਿੱਚ ਵੇਖਾਂਗੇ, ਪਹਿਲਾਂ ਇਹ ਜ਼ੁਬਾਨ ਦਾ ਚਸਕਾ ਪੂਰਾ ਕਰਾਂ। ਕੋਈ ਗਹਿਣਾ, ਕੋਈ ਕੱਪੜਾ ਇਹੋ ਜਿਹਾ ਧਰਮ ਰੋਕਦਾ ਪਿਆ, ਕਹਿਣ ਲੱਗਾ ਵੀ ਇਹ ਤੇ ਮੈਂ ਪੂਰਾ ਕਰਕੇ ਛੱਡਾਂਗਾ। ਤੇ ਦੁਨੀਆ ਵਿੱਚ ਮਾਇਆ ਵੇਖ ਕੇ ਕਦੇ ਡੋਲ ਜਾਂਦਾ ਹੈ, ਕਦੇ ਦੁਨੀਆ ਦੇ ਸੁੱਖ ਵੇਖ ਕੇ। ਮਹਾਰਾਜ ਇਹ ਜਿਹੜੇ ਦੁਨੀਆ ਦੇ ਸੁੱਖ ਤੇ ਪਦਾਰਥ ਨੇ ਨਾ, ਮੇਰੇ ਵਾਸਤੇ ਤੇ ਇਹ ਵੀ ਪਾਣੀ ਹੈ। ਐਸੇ ਪਾਣੀ ਵਿੱਚੋਂ ਲੰਘਣਾ ਮੇਰੇ ਵੱਸ ਦੀ ਗੱਲ ਨਹੀਂ। ਮੈਂ ਡੁੱਬਦਾ ਪਿਆ ਐਸੇ ਪਾਣੀ ਵਿੱਚ। ਸੰਸਾਰ ਸਮੁੰਦੇ ਤਾਰ ਗੋਬਿੰਦੇ।
ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬ ਗਿਆ, ਪਦਾਰਥਾਂ ਕਰਕੇ ਜਾਂ ਵਿਕਾਰਾਂ ਕਰਕੇ। ਕਿਉਂਕਿ ਪੱਥਰ ਨੂੰ ਪਾਣੀ ਵਿੱਚ ਰੱਖੋਗੇ, ਪੱਥਰ ਡੁੱਬੇਗਾ, ਉਹ ਭਾਰੀ ਹੈ। ਮਹਾਰਾਜ ਮੈਂ ਪਾਪਾਂ ਕਰਕੇ ਭਾਰੀ ਹਾਂ, ਸੰਸਾਰ ਵਿੱਚ ਡੁੱਬਦਾ ਪਿਆ। ਤੇ ਕੀ ਹੋਵੇ, ਕਰ ਕਿਰਪਾ ਪਾਖਣ ਹਮ ਤਾਰੀ, ਮੈਨੂੰ ਪੱਥਰ ਨੂੰ ਤੁਸੀਂ ਕਿਰਪਾ ਕਰਕੇ ਤਾਰ ਸਕਦੇ। ਭਗਵਾਨ ਰਾਮਚੰਦਰ ਜੀਆਂ ਨੇ ਜਿਸ ਵੇਲੇ ਪੁਲ ਬੰਨਣ ਦੀ ਗੱਲ ਕੀਤੀ ਤੇ ਕਈਆਂ ਨੇ ਆਖਿਆ ਵੀ ਬੰਨਿਆ ਨਹੀਂ ਜਾ ਸਕਦਾ, ਕਈਆਂ ਨੇ ਮੁਖੌਲ ਉਡਾਇਆ, ਕਹਿਣ ਲੱਗੇ ਪੱਥਰ ਤੇ ਵੀ ਰਾਮ ਦਾ ਨਾਮ ਲਿਖੋ, ਰਾਮ ਦਾ ਨਾਮ ਇਹੋ ਜਿਹਾ ਪੱਥਰ ਨੂੰ ਵੀ ਤਾਰੇਗਾ। ਜੇ ਪੱਥਰ ਤਰ ਸਕਦਾ ਪਾਣੀ ਵਿੱਚ ਰਾਮ ਲਿਖਿਆ, ਤੇ ਜੇ ਤੂੰ ਆਪਣੇ ਮਨ ਵਿੱਚ ਗੁਰੂ ਕਿਹਾ ਸਿੱਖਾ ਰਾਮ ਲਿਖ ਲਵੇਂ, ਵਾਹਿਗੁਰੂ ਲਿਖ ਲਵੇਂ, ਤੂੰ ਨਹੀਂ ਤਰੇਂਗਾ, ਤਰ ਤੇ ਤੂੰ ਵੀ ਜਾਵੇਂਗਾ। ਜੇ ਪ੍ਰਤੱਖ ਪੱਥਰ ਤਰ ਸਕਦਾ ਪਾਣੀ ਤੇ ਫਿਰ ਸਾਡੀ ਆਤਮਾ ਤੇ ਤਾਰ ਹੀ ਸਕਦੀ ਹੈ ਨਾ, ਮੁਕਤ ਤੇ ਹੋ ਹੀ ਸਕਦੀ ਹੈ ਨਾ। ਪਰ ਹੋਵੇਗੀ ਤਾਂ ਵੀ ਜੇ ਅਸੀਂ ਰਾਮ ਦੇ ਨਾਮ ਨੂੰ ਲਿਖਾਂਗੇ, ਜੇ ਲਿਖਿਆ ਹੀ ਨਹੀਂ ਫਿਰ ਨਹੀਂ ਤਰਿਆ ਜਾਣਾ। ਮੈਨੂੰ ਪੱਥਰ ਨੂੰ ਆਪ ਜੀ ਕਿਰਪਾ ਕਰਕੇ ਤਾਰ ਲੈਣਾ ਕਰੋ। ਰਹਾਓ ਜਨਮ ਜਨਮ ਕੇ ਲਾਗੇ ਬਿਖ ਮੋਰਚਾ। ਸਤਿਗੁਰੂ ਪਾਤਸ਼ਾਹ ਜੀਓ, ਜਨਮਾਂ ਜਨਮਾਤਰਾਂ ਦੀ ਵਿਸ਼ਿਆਂ ਵਕਾਰਾਂ ਦੇ ਮੋਰਚਾ ਕਹੀਏ ਸਾਨੂੰ ਜੰਗਾਲ ਲੱਗੇ ਹੋਏ ਨੇ। ਇਹ ਵਕਾਰ ਇਹ ਨਹੀਂ ਵੀ ਅਸੀਂ ਮਨੁੱਖਾ ਜਨਮ ਦੇ ਵਿੱਚ ਹੀ ਆ ਕੇ ਭੋਗਦੇ ਪਏ ਹਾਂ, ਇਹਦੇ ਤੋਂ ਪਹਿਲਾਂ ਵੀ ਬੜੇ ਭੋਗੇ ਨੇ। ਕਿਸੇ ਵੀ ਜਨਮ ਦੇ ਵਿੱਚ ਆਏ ਵਕਾਰ ਤੇ ਉੱਥੇ ਵੀ ਨੇ। ਹਿਰਨ ਨੂੰ ਸੁਣਨ ਦਾ ਵਕਾਰ ਹੈ, ਹਾਥੀ ਨੂੰ ਕਾਮ ਦਾ ਵਕਾਰ ਹੈ, ਭੌਰੇ ਨੂੰ ਸੁਣਨ ਦਾ ਸੁੰਘਣ ਦਾ ਵਕਾਰ ਹੈ, ਤੇ ਪਤੰਗੇ ਨੂੰ ਵੇਖਣ ਦਾ ਵਕਾਰ ਹੈ। ਵਕਾਰ ਤੇ ਉਹਨਾਂ ਜਨਮਾਂ ਵਿੱਚ ਵੀ ਨੇ, ਕਿਹੜਾ ਨਹੀਂ ਹੈਗੇ। ਤਾਂ ਹੀ ਮਹਾਰਾਜ ਨੇ ਆਖਿਆ ਜਨਮ ਜਨਮ ਕੇ ਲਾਗੇ ਬਿਖ ਮੋਰਚਾ। ਇਹ ਜਨਮਾਂ ਜਨਮਾਤਰਾਂ ਦੇ ਵਕਾਰਾਂ ਰੂਪੀ ਜੰਗਾਲ ਲੱਗ ਗਿਆ, ਜੰਗ ਲੱਗ ਗਿਆ। ਮਹਾਰਾਜ ਅਸੀਂ ਕਿਸੇ ਕੰਮ ਦੇ ਨਹੀਂ ਰਹਿ ਗਏ। ਤੇ ਜਿਹੜੇ ਲੋਹੇ ਨੂੰ ਜੰਗ ਲੱਗ ਜਾਏ ਨਾ, ਲੋਹਾ ਕੰਮ ਦਾ ਨਹੀਂ ਰਹਿੰਦਾ, ਉਹ ਕਮਜ਼ੋਰ ਹੋ ਜਾਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਲੱਗ ਗਿਆ ਵਕਾਰਾਂ ਦੇ ਜੰਗ। ਤੇ ਲੱਗਾ ਕਿੱਥੇ ਆ ਜੰਗ? ਸਾਡੀ ਬੁੱਧੀ ਵਿੱਚ ਆ ਕੇ। ਸਾਡੀ ਬੁੱਧੀ ਦੇ ਵਿੱਚ ਵਕਾਰਾਂ ਦੇ ਜੰਗਾਲ ਲੱਗ ਗਿਆ। ਮਹਾਰਾਜ ਕਿਰਪਾ ਕਰੋ ਸਾਡੀ ਬੁੱਧੀ ਉਜਲ ਕਰ ਦਿਓ ਨਾ। ਭਰੀਐ ਮਤ ਪਾਪਾਂ ਕੈ ਸੰਗ। ਇਹ ਜਿਹੜੀ ਸਾਡੀ ਮਤ ਹੈ ਨਾ, ਬੁੱਧੀ, ਇਹ ਪਾਪ ਕਰਕੇ ਇਹਨੂੰ ਜੰਗਾਲ ਲੱਗ ਗਿਆ। ਆਪ ਜੀ ਕਿਰਪਾ ਕਰਕੇ ਇਹੋ ਜਿਹੀ ਬਖਸ਼ਿਸ਼ ਕਰੋ ਕਿ ਇਹ ਜੰਗ ਉਤਰ ਜਾਵੇ ਸਾਡੀ ਬੁੱਧੀ ਵਿੱਚੋਂ, ਤੇ ਬੁੱਧੀ ਹੋ ਜਾਵੇ ਆਤਮ ਵਿਸ਼ੈਣੀ। ਪਰ ਹੋਵੇਗੀ ਕਿਵੇਂ? ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਜੇ ਤੂੰ ਆਪਣੀ ਬੁੱਧੀ ਨੂੰ ਉਜਲ ਕਰਨਾ ਚਾਹੁੰਦਾ ਨਾ, ਸਾਫ਼ ਕਰਨਾ ਚਾਹੁੰਦਾ ਆਪਣੀ ਅਕਲ ਨੂੰ, ਤੇ ਉਹਦੇ ਵਾਸਤੇ ਤੈਨੂੰ ਇੱਕ ਕੰਮ ਕਰਨਾ ਪਵੇਗਾ। ਉਹ ਕਿਹੜਾ ਕੰਮ ਹੈ ਜਿਹਦੇ ਕਰਕੇ ਸਾਡੀ ਮਤ ਸਾਫ਼ ਹੋ ਸਕਦੀ ਹੈ? ਤੇ ਸਤਿਗੁਰੂ ਕਹਿਣ ਲੱਗੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤਤ ਬੁੱਧੀ ਤੋਂ ਭਾਵ ਆਤਮ ਵਿਸ਼ੈਣੀ ਮਤ, ਗੁਰੂ ਤੇ ਭਰੋਸਾ ਰੱਖਣ ਵਾਲੀ ਮਤ, ਉਹ ਹੋਵੇਗੀ ਸਿਮਰਨ ਕੀਤਿਆਂ। ਸਿਮਰਨ ਕਰਨਾ ਪਵੇਗਾ ਵਾਹਿਗੁਰੂ ਮੰਤਰ ਦਾ। ਫਿਰ ਇਹ ਜਿਹੜੇ ਜੰਗ ਲੱਗੇ ਨੇ ਨਾ ਤੇਰੀ ਬੁੱਧੀ ਨੂੰ, ਵਕਾਰਾਂ ਦੇ ਪਦਾਰਥਾਂ ਦੇ ਸਾਰੇ ਜੰਗ ਉਤਰ ਜਾਣਗੇ, ਤੇ ਤੇਰੀ ਮਤ ਆਤਮ ਵਿਸ਼ੈਣੀ ਹੋ ਜਾਏਗੀ, ਹੋਵੇਗੀ ਸਿਮਰਨ ਕਰਕੇ। ਪ੍ਰਭ ਕੈ ਸਿਮਰਨ, ਪਰਮਾਤਮਾ ਦੇ ਸਿਮਰਨ ਵਿੱਚੋਂ ਸਿਮਰਨ ਕਰਦਿਆਂ ਹੋਇਆਂ ਗਿਆਨ ਤੇ ਧਿਆਨ ਦੀ ਪ੍ਰਾਪਤੀ ਤੇ ਹੁੰਦੀ ਹੈ। ਤਤ ਬੁੱਧ ਆਤਮ ਵਿਸ਼ੈਣੀ ਮਤ ਵੀ ਹੋ ਜਾਂਦੀ ਹੈ, ਸ਼ੁੱਧ ਮਤ ਜਿਸ ਨੂੰ ਆਪਾਂ ਕਹਿੰਦੇ ਹਾਂ। ਪਰ ਹੋਵੇਗੀ ਸਿਮਰਨ ਕੀਤਿਆਂ, ਗੱਲਾਂ ਨਾਲ ਕੁਝ ਨਹੀਂ ਹੋ ਬਣਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਨਮ ਜਨਮ ਕੇ ਲਾਗੇ ਬਿਖ ਮੋਰਚਾ। ਮਹਾਰਾਜ ਸਾਡੀ ਇਸ ਬੁੱਧੀ ਦੇ ਵਿੱਚ ਜਨਮਾਂ ਜਨਮਾਂ ਤੋਂ ਵਕਾਰਾਂ ਦੇ ਜੰਗਾਲ ਲੱਗ ਗਏ ਨੇ। ਇਹ ਸਾਡੀ ਬੁੱਧੀ ਇਹੋ ਜਿਹੀ ਮਲੀਨ ਤੇ ਭ੍ਰਿਸ਼ਟ ਹੋ ਗਈ ਹੈ। ਲਗ ਸੰਗਤ ਸਾਧ ਸਵਾਰੀ। ਸਾਨੂੰ ਆਪਣੀ ਸੰਗਤ ਵਿੱਚ ਮਹਾਰਾਜ ਲੱਗ ਲੈਣ ਦਿਓ, ਸੰਗਤ ਦੇ ਨੇੜੇ ਲਾ ਲਓ, ਤਾਂ ਕਿ ਸੰਗਤ ਵਿੱਚ ਆ ਕੇ ਸਾਡੀ ਬੁੱਧੀ ਜਿਹੜੀ ਹੈ ਨਾ ਉਹ ਸਵਾਰੀ ਜਾਵੇ, ਸੌਰ ਜਾਵੇ, ਸਿਆਣਪ ਵਾਲੀ ਹੋ ਜਾਵੇ। ਸੰਗਤ ਵਿੱਚ ਆ ਕੇ ਸਾਨੂੰ ਸਾਖੀ ਪਤਾ ਲੱਗੇਗੀ ਵੀ ਕਿਹੜੇ ਸਿੱਖ ਨੇ ਕਿਵੇਂ ਆਪਣਾ ਜੀਵਨ ਬਦਲਿਆ। ਸੰਗਤ ਵਿੱਚ ਆ ਕੇ ਪਤਾ ਲੱਗੇਗਾ ਵੀ ਗੁਰੂ ਨੇ ਕਿਵੇਂ ਕਿਰਪਾ ਕੀਤੀ ਹੈ। ਪਰ ਇਹ ਸਾਰਾ ਕੁਝ ਗੁਰਮੁਖੋਂ ਮਿਲੇਗਾ ਸੰਗਤ ਵਿੱਚੋਂ ਆ ਕੇ। ਇਸ ਕਰਕੇ ਮਹਾਰਾਜ ਸਾਨੂੰ ਸੰਗਤ ਵਿੱਚ ਲਾ ਕੇ, ਕੋਈ ਚੌਧਰੀ ਆ ਗਿਆ ਨਾ, ਨੰਬਰਦਾਰ ਆ ਗਿਆ ਕਿਸੇ ਇਲਾਕੇ ਦੇ, ਆ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਝੂਠ ਬੋਲਣ ਦੀ ਆਦਤ ਹੈ,
ਤੇ ਸਾਡੇ ਕੋਲੋਂ ਛੁੱਟਦਾ ਨਹੀਂ ਹੈ। ਅਸੀਂ ਛੁਡਾਉਣਾ ਚਾਹੁੰਦੇ, ਛੁੱਟਣਾ ਚਾਹੁੰਦੇ, ਪਰ ਛੁੱਟਦਾ ਨਹੀਂ। ਚੜ੍ਹਿਆ ਜ਼ੁਬਾਨ ਤੇ ਬਿਨਾਂ ਗੱਲ ਤੋਂ ਝੂਠ ਬੋਲਣਾ। ਤੇ ਸਤਿਗੁਰੂ ਕਹਿਣ ਲੱਗੇ ਤਰੀਕਾ ਤੁਹਾਨੂੰ ਦੱਸ ਦਿੰਦੇ, ਘਰੇ ਜਾ ਕੇ ਕਾਪੀ ਰੱਖ ਲਓ, ਵਹੀ ਰੱਖ ਲਓ, ਤੇ ਵਹੀ ਦੇ ਉੱਪਰ ਆਪਣਾ ਜਿਹੜਾ ਝੂਠ ਸਵੇਰੇ ਬੋਲਦੇ ਸ਼ਾਮ ਨੂੰ ਲਿਖ ਲਿਆ ਕਰੋ। ਜਦੋਂ ਮਹੀਨਾ ਹੋ ਜਾਵੇ ਸਾਡੇ ਕੋਲ ਆ ਜਾਓ। ਸਾਰਾ ਦਿਨ ਝੂਠ ਬੋਲਣੇ, ਵਹੀ ਖਾਤੇ ਉੱਪਰ ਲਿਖੀ ਜਾਣ। ਜਦੋਂ ਮਹੀਨਾ ਹੋ ਗਿਆ ਮਹਾਰਾਜ ਦੇ ਕੋਲ ਆ ਗਿਆ। ਸਤਿਗੁਰੂ ਕਹਿਣ ਲੱਗੇ ਵੀ ਸਾਰੇ ਆਪਣੇ ਝੂਠ ਤੇ ਗੁਨਾਹ ਇੱਥੇ ਬੋਲ ਕੇ ਸੁਣਾਓ ਸਾਰਿਆਂ। ਪਹਿਲਾਂ ਤੇ ਸ਼ਰਮ ਮਹਿਸੂਸ ਕੀਤੀ ਵੀ ਇਲਾਕੇ ਦੇ ਚੌਧਰੀ ਆ, ਨੰਬਰਦਾਰ ਆ, ਸਤਿਕਾਰਯੋਗ ਆ, ਲੋਕ ਸਲਾਮਾਂ ਕਰਦੇ, ਲੋਕਾਂ ਨੂੰ ਕੀ ਕਹੀਏ। ਪਰ ਸਤਿਗੁਰਾਂ ਦਾ ਹੁਕਮ ਹੈ ਨਾ, ਮੰਨਣਾ ਪਿਆ। ਦੱਸਣ ਲੱਗ ਪਿਆ, ਕਹਿਣ ਲੱਗੇ ਫਲਾਣੇ ਦਿਨ ਇਸ ਟਾਈਮ 'ਤੇ ਮੈਂ ਆਹ ਝੂਠ ਬੋਲਿਆ ਸੀ। ਦੂਜਾ ਕਹਿਣ ਲੱਗਾ ਮੈਂ ਆਹ ਬੋਲਿਆ ਸੀ। ਜਦੋਂ ਆਪਣੇ ਝੂਠ ਤੇ ਉਹ ਗੁਨਾਹ ਉੱਥੇ ਸੰਗਤ ਵਿੱਚ ਮੰਨੇ ਨਾ, ਕਬੂਲ ਕੀਤੇ, ਤੇ ਫਿਰ ਆਪਣੇ ਆਪ ਨੂੰ ਇਹ ਸ਼ਰਮ ਮਹਿਸੂਸ ਹੋਈ। ਔਰ ਗੁਰੂ ਨੇ ਕਿਰਪਾ ਕੀਤੀ ਵੀ ਅਸੀਂ ਕਿਹੜੇ ਕੰਮਾਂ ਵਿੱਚ ਲੱਗੇ। ਹੌਲੀ ਹੌਲੀ ਕਰਦਿਆਂ ਉਹ ਗੁਨਾਹ ਛੁੱਟ ਹੀ ਗਿਆ, ਪਾਪ ਛੁੱਟ ਹੀ ਗਿਆ। ਝੂਠ ਬੋਲਣ ਤੋਂ ਪਰੇ ਹੋ ਕੇ ਸੱਚ ਬੋਲਣ ਦੀ ਬਿਰਤੀ ਪ੍ਰਾਪਤ ਹੋ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਗਤ ਹੈ, ਸੰਗਤ ਵਿੱਚੋਂ ਜਿਹੜੀ ਦਾਤ ਮੰਗੇਗਾ ਉਹ ਮਿਲ ਜਾਏਗੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲੱਗ ਸੰਗਤ ਸਾਧ ਸਵਾਰੀ। ਸਾਧ ਸੰਗਤ ਵਿੱਚ ਲਾ ਕੇ ਸਾਡੀ ਬੁੱਧੀ ਨੂੰ ਆਪ ਜੀ ਸਵਾਰ ਦੇਣਾ ਕਰੋ ਜੀ। ਜਿਉ ਕੰਚਨ ਬੈ ਸੰਤਰ ਤਾਇਓ, ਮਲ ਕਾਟੀ ਕਟਤ ਉਤਾਰੀ। ਜਿਸ ਤਰ੍ਹਾਂ ਕੰਚਨ ਨਾਮ ਗੁਰਮੁਖੋ ਸੋਨੇ ਦਾ। ਸੋਨਾ ਜਦੋਂ ਜਾਂਦਾ ਹੈ ਨਾ ਸੁਨਿਆਰੇ ਦੇ ਕੋਲ, ਤੇ ਸੁਨਿਆਰਾ ਫਿਰ ਉਸ ਨੂੰ ਅੱਗ ਤੇ ਰੱਖ ਕੇ ਤਾਉਂਦਾ ਹੈ, ਤਾਂ ਕਿ ਉਹਦੀ ਮੈਲ ਪਰੇ ਕਰਦਾ ਹੈ, ਤੇ ਫਿਰ ਉਸ ਨੂੰ ਸ਼ੁੱਧ ਕਰ ਦਿੰਦਾ, 12 ਵੰਨੀ ਦਾ ਸ਼ੁੱਧ ਬਣਾ ਦਿੰਦਾ, ਚਮਕਣ ਵਾਲਾ। ਸੋਨੇ ਦੀ ਮੈਲ ਲੱਥੀ ਹੈ, ਉਹਦੀ ਕੀਮਤ ਪੈ ਗਈ, ਉਹਦਾ ਮੁੱਲ ਪੈ ਗਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਇਸੇ ਤਰ੍ਹਾਂ ਕਿਰਪਾ ਕਰੋ। ਗੁਰੂ ਹੈ ਸੁਨਿਆਰਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਜਿਹੜੇ ਅਸੀਂ ਜਗਿਆਸੂ ਲੋਕ ਆ ਨਾ, ਇੱਛਾ ਰੱਖ ਕੇ ਆਏ। ਇਹ ਜਗਿਆਸੂਆਂ ਦੀ ਜਿਹੜੀ ਮੱਤ ਹੈ ਨਾ ਮਹਾਰਾਜ ਜੀ, ਤੁਸੀਂ ਸੁਨਿਆਰੇ ਬਣ ਕੇ ਗਿਆਨ ਦੀ ਅੱਗ ਦੇ ਨਾਲ ਇਹੋ ਜਿਹੀ ਕਿਰਪਾ ਕਰੋ ਸਾਡੀ ਮੱਤ ਦੇ ਉੱਪਰ ਵੀ ਇਹਦੇ ਵਿੱਚੋਂ ਨਾ ਦਵੈਸ਼ ਤੇ ਈਰਖਾ ਦੀ ਮੈਲ ਉਤਾਰ ਦਿਓ। ਸੁਨਿਆਰੇ ਨੇ ਅੱਗ ਬਾਲੀ ਹੈ, ਅੱਗ ਬਾਲ ਕੇ ਸੋਨਾ ਤੱਤਾ ਕੀਤਾ ਤੇ ਮੈਲ ਪਰੇ ਕਰ ਦਿੱਤੀ, ਸ਼ੁੱਧ ਹੋ ਗਿਆ, ਸਾਫ਼ ਹੋ ਗਿਆ। ਤੇ ਗੁਰੂ ਪਾਤਸ਼ਾਹ ਵੀ ਮਹਾਰਾਜ ਐਸੇ ਸੁਨਿਆਰੇ ਨੇ, ਉਹ ਕਿਰਪਾ ਕਰਦੇ ਨੇ। ਕਿਰਪਾ ਕਰਕੇ ਸਿੱਖ ਦੀ ਜਿਹੜੀ ਮੱਤ ਹੈ ਨਾ, ਮੱਤ ਦੇ ਵਿੱਚੋਂ ਰਾਗ ਤੇ ਦਵੈਸ਼ ਦੀ ਮੈਲ ਪਰੇ ਕਰ ਦਿੰਦੇ ਜਗਿਆਸੂ ਦੇ, ਗਿਆਨ ਦੀ ਅੱਗ ਬਾਲ ਕੇ। ਤੇ ਸਤਿਗੁਰੂ ਫਿਰ ਆਤਮ ਵਿਸ਼ੈਣੀ ਮੱਤ ਬਖਸ਼ਿਸ਼ ਕਰਦੇ ਨੇ। ਐਸਾ ਗੁਰੂ ਹੈ, ਗੁਰੂ ਐਸੀ ਕਿਰਪਾ ਕਰਦਾ ਸੀ। ਤੇ ਨਿੱਕੇ ਮੋਟੇ ਪਦਾਰਥ ਹੀ ਮੰਗਦੇ ਰਹਿੰਦੇ, ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ। ਜੋ ਗੁਰੂ ਨੇ ਦਾਤ ਦੇਣੀ ਉਹ ਕਿਤਿਓਂ ਵੀ ਨਹੀਂ ਮਿਲਣੀ, ਨਾ ਕੋਈ ਦੇ ਸਕਦਾ। ਗੁਰੂ ਵੱਡੀਆਂ ਦਾਤਾਂ ਦਿੰਦਾ। ਗੁਰੂ ਵੱਡਾ ਹੈ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਜੇ ਮਹਾਰਾਜ ਵੱਡੇ ਨੇ ਤੇ ਦਾਤ ਵੀ ਵੱਡੀ ਹੈ। ਜੇ ਵੱਡੇ ਆਪ ਤੇਵੜ ਤੇਰੀ ਦਾਤ, ਜਿੱਡੇ ਵੱਡੇ ਤੁਸੀਂ ਆਪ ਉਹ ਦਾਤ ਵੀ ਓਡੀ ਵੱਡੀ ਹੈ। ਅਸੀਂ ਤੇ ਨਿੱਕੀਆਂ ਨਿੱਕੀਆਂ ਦਾਤਾਂ ਪਿੱਛੇ ਭੱਜੇ ਫਿਰਦੇ। ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਸਤਿਗੁਰੂ ਜੀ ਜਿਸ ਤਰ੍ਹਾਂ ਸੋਨੇ ਨੂੰ ਸੁਨਿਆਰਾ ਤਾ ਕੇ ਸ਼ੁੱਧ ਕਰ ਦਿੰਦਾ ਨਾ, ਮੈਲ ਉਤਾਰ ਦਿੰਦਾ, ਇਸੇ ਤਰ੍ਹਾਂ ਗੁਰੂ ਰੂਪ ਸੁਨਿਆਰਾ ਜੋ ਹੈ, ਸਿੱਖ ਦੀ ਜਿਹੜੀ ਮੱਤ ਹੈ ਨਾ ਗੁਰਮੁਖੋ ਬੁੱਧੀ, ਇਸ ਨੂੰ ਗਿਆਨ ਦੀ ਅੱਗ ਦੇ ਨਾਲ ਇਹੋ ਜਿਹੀ ਸਾਫ਼ ਕਰ ਦਿੰਦਾ, ਇਹਦੇ ਵਿੱਚੋਂ ਰਾਗ ਤੇ ਦਵੈਸ਼ ਦੀ ਮੈਲ ਉਤਰ ਜਾਂਦੀ ਹੈ। ਦਵੈਸ਼ ਕਹੀਏ ਈਰਖਾ, ਰਾਗ ਕਹੀਏ ਮੋਹ, ਮੋਹ ਦੀ ਮੈਲ ਵੀ ਮਹਾਰਾਜ ਲਾ ਦਿੰਦੇ ਤੇ ਈਰਖਾ ਦੀ ਵੀ ਉਤਾਰ ਦਿੰਦੇ। ਐਸੀ ਮਹਾਰਾਜ ਕਿਰਪਾ ਕਰ ਦਿੰਦੇ ਹਨ। ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਔਰ ਧਾਰੀ। ਇਸ ਕਰਕੇ ਭਾਈ ਜੋ ਹਰੀ ਹਰ ਪਰਮੇਸ਼ਰ ਹਨ, ਉਹਨਾਂ ਦਾ ਨਾਮ ਸਤਿਗੁਰਾਂ ਦੇ ਕੋਲੋਂ ਲੈ ਕੇ ਜਪੋ। ਜਪਨ ਜਪੋ ਦਿਨ ਰਾਤੀ, ਦਿਨੇ ਰਾਤ ਉਹਦੇ ਨਾਮ ਦਾ ਜਾਪ ਜੋ ਹੈ ਜਪਦੇ ਰਹੋ। ਦਿਨੇ ਵੀ ਵਾਹਿਗੁਰੂ ਵਾਹਿਗੁਰੂ, ਰਾਤ ਨੂੰ ਸੁੱਤਿਆਂ ਉੱਠਿਆਂ ਬੈਠਦਿਆਂ ਚੱਲਦਿਆਂ। ਗੁਰਮੁਖੋ ਅਜੇ ਤੇ ਅਸੀਂ ਸਮਾਂ ਹੀ ਪੁੱਛਦੇ ਪਏ ਹਾਂ ਵੀ ਨਾਮ ਕਦੋਂ ਜਪਣਾ ਚਾਹੀਦਾ, ਮੰਜ਼ਿਲ ਤੇ ਕਦੋਂ ਪਹੁੰਚਾਂਗੇ। ਪਹੁੰਚਾਂਗੇ ਹੀ ਨਹੀਂ, ਹਲੇ ਪੁੱਛਦੇ ਹੀ ਹੁਣ ਪਏ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੁੱਛ ਨਾ, ਜਪਣਾ ਸ਼ੁਰੂ ਕਰ ਪਰਮਾਤਮਾ ਦੇ ਨਾਮ ਨੂੰ। ਹਰ 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 ਉਰ ਧਾਰੀ, ਮਨ ਕਰਕੇ ਵੀ ਜਪ, ਤਨ ਕਰਕੇ ਵੀ ਜਪ, ਬਾਣੀ ਕਰਕੇ ਵੀ ਜਪ।
ਕਿਸੇ ਤਰ੍ਹਾਂ ਵੀ ਜਪੇਗਾ ਤੇਰਾ ਭਲਾ ਹੋਵੇਗਾ। ਕਈ ਵਾਰੀ ਕਈ ਲੋਕ ਇਹ ਗੱਲ ਕਹਿ ਦਿੰਦੇ, ਬਾਣੀ ਤੇ ਪੜ੍ਹਦਾ ਪਿਆ, ਮਨ ਤੇ ਇਹਦਾ ਲੱਗਾ ਕੋਈ ਨਹੀਂ। ਤੂੰ ਬਾਣੀ ਪੜ੍ਹ, ਤੂੰ ਨਾਮ ਜਪ, ਭਾਵੇਂ ਤੂੰ ਸਰੀਰ ਕਰਕੇ ਜਪਦਾ ਪਿਆ, ਭਾਵੇਂ ਤੂੰ ਜ਼ੁਬਾਨ ਕਰਕੇ ਜਪਦਾ ਪਿਆ, ਤੇ ਭਾਵੇਂ ਤੂੰ ਧਿਆਨ ਕਰਕੇ ਜਪਦਾ ਪਿਆ, ਬਾਣੀ ਤੈਨੂੰ ਫਲ ਜ਼ਰੂਰ ਦੇਵੇਗੀ। ਕਿਸੇ ਤਰੀਕੇ ਦੇ ਨਾਲ ਵੀ ਜਪੀ ਹੈ। ਪਰ ਜੇ ਤੂੰ ਪਹਿਲਾਂ ਹੀ ਹਥਿਆਰ ਸੁੱਟ ਦੇਵੇਂ ਵੀ ਮਨ ਤੇ ਜੁੜਿਆ ਹੀ ਨਹੀਂ, ਮੈਂ ਤੇ ਜਪਣੀ ਨਹੀਂ, ਤੇ ਫਿਰ ਤੇ ਜੁੜੇਗਾ ਹੀ ਨਹੀਂ ਨਾ। ਕਰਮ ਕਰਨਾ ਤੇਰਾ ਹੈ, ਫਲ ਦੇਣਾ ਪ੍ਰਮਾਤਮਾ ਨੇ ਹੈ। ਮਾਲੀ ਰੁੱਖ ਨੂੰ ਪਾਣੀ ਪਾਉਂਦਾ ਹੈ ਨਾ, ਰੁੱਖ ਨੂੰ ਸਵਾਰਦਾ, ਪੌਦਾ ਲਾਉਂਦਾ ਮਾਲੀ। ਰੁੱਖ ਨੂੰ ਫਲ ਲੱਗੇਗਾ ਕਿ ਨਹੀਂ ਲੱਗੇਗਾ ਮਾਲੀ ਦੇ ਹੱਥ ਵਿੱਚ ਨਹੀਂ ਹੈ। ਮਾਲੀ ਦਾ ਕੰਮ ਹੈ ਕਰਮ ਕਰਨਾ, ਪਾਣੀ ਪਾ, ਰੁੱਖ ਦੀ ਰੱਖਿਆ ਕਰ, ਵਾੜ ਕਰ, ਫਲ ਆਪਣੇ ਆਪ ਪਰਮਾਤਮਾ ਨੇ ਲਾਉਣਾ। ਮਾਲੀ ਵੀ ਨਹੀਂ ਸਮਝ ਸਕਦਾ, ਪਰ ਮਾਲੀ ਨੂੰ ਇਸ ਗੱਲ ਦਾ ਗਿਆਨ ਹੈ ਵੀ ਫਲ ਮੇਰੇ ਹੱਥ ਵਿੱਚ ਨਹੀਂ ਹੈ। ਪੌਦਾ ਲਾਉਣਾ, ਉਹਦੀ ਰੱਖਿਆ ਕਰਨੀ, ਇਹ ਮੈਂ ਕਰ ਸਕਦਾ। ਗੁਰੂ ਕਿਹਾ ਸਿੱਖਾ ਤੂੰ ਤੇ ਇਹ ਵੀ ਨਹੀਂ ਕਰਦਾ ਪਿਆ, ਤੂੰ ਤੇ ਮਾਲੀ ਨਾਲੋਂ ਵੀ ਪਰੇ ਚਲਾ ਗਿਆ ਵੀ ਮੈਂ ਕਰਨਾ ਹੀ ਕੱਖ ਨਹੀਂ। ਤੂੰ ਬਾਣੀ ਪੜ੍ਹ, ਭਾਵੇਂ ਮਨ ਕਰਕੇ ਪੜ੍ਹ, ਭਾਵੇਂ ਤਨ ਕਰਕੇ ਪੜ੍ਹ, ਭਾਵੇਂ ਸਰੀਰ ਕਰਕੇ ਪੜ੍ਹ, ਫਲ ਜ਼ਰੂਰ ਮਿਲੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਇਸ ਤਰ੍ਹਾਂ ਹਿਰਦੇ ਕਰਕੇ ਜਪਦੇ ਹਨ। ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉ ਮੈਂ ਮਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਗਤ ਦੇ ਮਾਲਕ ਪ੍ਰਮਾਤਮਾ ਆਪ ਜੀ ਦਾ ਨਾਮ ਸੰਸਾਰ ਵਾਸਤੇ ਔਸ਼ਧੀ ਹੈ, ਦਵਾਈ ਹੈ। ਕੱਲੀ ਮੇਰੇ ਵਾਸਤੇ ਨਹੀਂ, ਕੱਲੀ ਤੁਹਾਡੇ ਵਾਸਤੇ ਨਹੀਂ, ਪ੍ਰਮਾਤਮਾ ਦਾ ਨਾਮ ਸਾਰਿਆਂ ਵਾਸਤੇ ਹੀ ਦਵਾਈ ਹੈ। ਜਿਨ੍ਹਾਂ ਨੇ ਐਸੀ ਦਵਾਈ ਨੂੰ ਲਿਆ ਹੈ, ਜਿਨ੍ਹਾਂ ਨੇ ਐਸੇ ਨਾਮ ਨੂੰ ਜਪਿਆ, ਸਰਬ ਰੋਗ ਕੋ ਔਖਦ ਨਾਮ, ਜਿਨ੍ਹਾਂ ਨੇ ਐਸਾ ਨਾਮ ਜਪਿਆ ਉਹਨਾਂ ਨੂੰ ਇਹ ਦਵਾਈ ਪ੍ਰਾਪਤ ਹੋਈ ਹੈ। ਜਪ ਹਰ ਹਰ ਹਉਮੈ ਮਾਰੀ। ਇਹ ਜਿਹੜੀ ਹਉਮੈ ਹੈ ਨਾ ਗੁਰਮੁਖੋ, ਇਹ ਨਾਮ ਜਪ ਕੇ ਮਰਦੀ ਹੈ, ਨਹੀਂ ਤੇ ਮਰਦੀ ਨਹੀਂ, ਨਹੀਂ ਤੇ ਹਉਮੈ ਜਾਂਦੀ ਨਹੀਂ ਹੈ। ਮੈਂ ਫਲਾਣੀ ਸੇਵਾ ਕੀਤੀ ਹੈ, ਸੇਵਾ ਕੀਤੀ ਨੂੰ 5 10 20 ਸਾਲ ਹੋ ਗਏ, ਜਨਾਉਂਦਾ ਅੱਜ ਵੀ ਪਿਆ ਵੀ ਮੈਂ ਕੀਤੀ ਹੈ। ਐਸੀ ਹਉਮੈ ਮਨ ਵਿੱਚ ਆ ਗਈ ਵੀ ਮੈਂ ਕੀਤੀ ਹੈ। ਜੇ ਤੇਰੇ ਮਨ ਵਿੱਚ ਮੈਂ ਹੈ ਨਾ, ਫਲ ਕੋਈ ਨਹੀਂ ਹੈ, ਪਰ ਜਨਾਉਂਦਾ ਜ਼ਰੂਰ ਹੈ ਵੀ ਮੈਂ ਕੀਤੀ ਹੈ। ਇਹ ਹਉਮੈ ਮਰਦੀ ਹੈ ਨਾਮ ਜਪ ਕੇ। ਜੇ ਤੂੰ ਨਾਮ ਨਹੀਂ ਨਾ ਜਪਦਾ, ਜੋ ਮਰਜ਼ੀ ਕਰ, ਹਉਮੈ ਨਹੀਂ ਮਰੇਗੀ, ਅਹੰਕਾਰ ਨਹੀਂ ਮਰੇਗਾ, ਮਰੇਗਾ ਨਾਮ ਜਪ ਕੇ। ਪਾਤਸ਼ਾਹ ਫਰਮਾਉਂਦੇ ਹਨ ਹਰ ਹਰ ਅਗਮ ਅਗਾਧ ਬੋਧ। ਸਤਿਗੁਰੂ ਪਾਤਸ਼ਾਹ ਜੀ ਅਗਮ ਨੇ, ਮਨ ਦੀ ਗਮਤਾ ਤੋਂ ਪਰੇ, ਤੇ ਬੋਧ ਕਹੀਏ ਗਿਆਨ ਦੇਣ ਵਾਲੇ, ਅਪਰੰਪਰ ਨੇ, ਅਕਾਲ ਪੁਰਖ ਦਾ ਰੂਪ, ਤੇ ਅਪਾਰੀ ਕਹੀਏ ਪਾਰਾਵਾਰ ਤੋਂ ਰਹਿਤ। ਧੰਨ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਮੁਖੋ ਅੱਜ ਦੇ ਦਿਨ ਦੱਖਣ ਨਦੇੜ ਦੀ ਧਰਤੀ ਤੇ ਜੋਤੀ ਜੋਤ ਸਮਾਏ ਸਨ। ਜਿਸ ਵੇਲੇ ਸਤਿਗੁਰੂ ਬਿਰਾਜੇ ਨਾ ਹਜ਼ੂਰ ਸਾਹਿਬ ਦੀ ਧਰਤੀ ਤੇ ਸੱਚਖੰਡ ਸਾਹਿਬ ਨੂੰ ਜਾਣ ਦਾ ਸਮਾਂ ਜਾਣ ਕੇ ਮਹਾਰਾਜ ਜੀ ਵਿਧੀ ਬਣਾਉਣਾ ਚਾਹੁੰਦੇ, ਵਿਧ ਬਣਾਉਣਾ ਚਾਹੁੰਦੇ ਵੀ ਕੋਈ ਵਿਧ ਬਹਾਨਾ ਬਣ ਜਾਵੇ, ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਉਸ ਵੇਲੇ ਪੈਂਦੇ ਖਾਂ ਨਾਮ ਦਾ ਜਿਹੜਾ ਪਠਾਨ ਸੀ ਨਾ, ਇਹਦਾ ਪੋਤਰਾ, ਤੇ ਇੱਕ ਜਲੰਧਰ ਦੇ ਨੇੜੇ ਰਹਿਣ ਵਾਲਾ ਵਿਅਕਤੀ ਹੈ, ਘੋਗੜ ਭਗਵਾਨ ਦਾਸ ਉਹਦਾ ਨਾਮ ਹੈ, ਇੱਕ ਉਹਦਾ ਪੋਤਰਾ। ਇਹ ਦੋਨੇ ਜਾਣੇ ਇਕੱਠੇ ਹੋ ਗਏ, ਕਿਉਂਕਿ ਇਹਨਾਂ ਦੋਨਾਂ ਦੇ ਜਿਹੜੇ ਦਾਦੇ ਸਨ ਉਹਨਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜੰਗ ਦੇ ਵਿੱਚ ਮਾਰਿਆ ਸੀ। ਘੋਗੜ ਭਗਵਾਨ ਦਾਸ ਨੂੰ ਮਾਰਿਆ ਹਰਗੋਬਿੰਦਪੁਰੇ, ਤੇ ਪੈਂਦੇ ਖਾਂ ਨੂੰ ਮਾਰਿਆ ਕਰਤਾਰਪੁਰ ਦੇ ਵਿੱਚ। ਦੋਨਾਂ ਦੇ ਦਾਦੇ ਜਿਹੜੇ ਸਨ ਗੁਰੂ ਹਰਗੋਬਿੰਦ ਪਾਤਸ਼ਾਹ 6ਵੇਂ ਗੁਰੂ ਦੇ ਹੱਥੋਂ ਮਰੇ। ਤੇ ਜਦੋਂ ਇਹ ਪੋਤਰੇ ਜਵਾਨ ਹੋਏ ਨਾ, ਤੇ ਵਜ਼ੀਰ ਖਾਨ ਜਿਹੜਾ ਸੀ ਉਹ ਬੜਾ ਸੂਬੇਦਾਰ ਸਰਹੰਦ ਦਾ ਬੜਾ ਦੁਖੀ ਸੀ ਮਹਾਰਾਜ ਤੋਂ, ਕਿਉਂਕਿ ਸਤਿਗੁਰਾਂ ਦੇ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਪਿਆਰ ਕਰਨ ਲੱਗ ਪਿਆ, ਮਹਾਰਾਜ ਦਾ ਹੁਕਮ ਮੰਨਣ ਲੱਗ ਪਿਆ। ਔਰ ਸਤਿਗੁਰਾਂ ਨੇ ਕਿਹਾ ਵੀ ਸੀ ਬਹਾਦਰ ਸ਼ਾਹ ਨੂੰ ਵੀ ਬਹਾਦਰ ਸ਼ਾਹ ਵਜ਼ੀਰ ਖਾਨ ਸਾਨੂੰ ਦੇ ਦੇ, ਪਰ ਬਹਾਦਰ ਸ਼ਾਹ ਨੇ ਅੱਗੋਂ ਇਹ ਬਹਾਨਾ ਲਾਇਆ, ਕਹਿਣ ਲੱਗਾ ਮਹਾਰਾਜ ਏਡਾ ਵੱਡਾ ਸੂਬੇਦਾਰ ਬੰਨ੍ਹ ਕੇ ਦੇਣਾ ਮੇਰੇ ਵਾਸਤੇ ਔਖਾ ਹੈ, ਬਗਾਵਤ ਹੋ ਸਕਦੀ, ਗਦਰ ਮੱਚ ਸਕਦਾ। ਤੇ ਸਤਿਗੁਰੂ ਹੱਸ ਪਏ, ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਆਪਣੇ ਆਪ ਹੀ ਸਭ ਕੁਝ ਕਰ ਲਵਾਂਗੇ।
ਹੁਣ ਇਹ ਜਿਹੜੀਆਂ ਗੱਲਾਂ ਸਨ ਉੜਦੀਆਂ ਉੜਦੀਆਂ ਮਿੰਟੋ ਮਿੰਟੀ ਵਜ਼ੀਰ ਖਾਨ ਕੋਲ ਵੀ ਪਹੁੰਚ ਗਈਆਂ ਵੀ ਸਤਿਗੁਰੂ ਤੇਰੇ ਤੋਂ ਬਦਲਾ ਲੈਣਾ ਚਾਹੁੰਦੇ, ਤੇਰੀ ਮੰਗ ਕਰਦੇ ਪਏ। ਤੇ ਵਜ਼ੀਰ ਖਾਨ ਨੇ ਫਿਰ ਇਹ 2 ਬੰਦੇ ਤਿਆਰ ਕੀਤੇ ਵੀ ਸਤਿਗੁਰਾਂ ਨੂੰ ਮੈਂ ਪਹਿਲਾਂ ਹੀ ਮਰਵਾ ਦੇਵਾਂ ਤਾਂ ਕਿ ਮੇਰੇ ਤੱਕ ਮੁਸੀਬਤ ਦੀ ਨੌਬਤ ਨਾ ਆਵੇ। ਦੋਵਾਂ ਜਾਣਿਆਂ ਨੂੰ ਚੁੱਕ ਕੇ ਪ੍ਰੇਰਿਆ, ਕਹਿਣ ਲੱਗਾ ਵੀ ਨਾ ਮੂੰਹੋਂ ਮੰਗੇ ਮਿਲਣਗੇ, ਜਾ ਕੇ ਮਹਾਰਾਜ ਨੂੰ ਤੁਸੀਂ ਸੁੱਤੇ ਪਿਆਂ ਬੈਠਿਆਂ ਲੇਟਿਆਂ ਕਿਤੇ ਵੀ ਨਾ ਮਹਾਰਾਜ ਤੇ ਵਾਰ ਕਰਕੇ ਖਤਮ ਕਰ ਦਿਓ। ਇਹ ਦੋਨੇ ਜਾਣੇ ਚਲੇ ਗਏ। ਮਹਾਰਾਜ ਹਜ਼ੂਰ ਸਾਹਿਬ ਨੰਦੇੜ ਰਹਿੰਦੇ ਨੇ। ਹੁਣ ਸਤਿਗੁਰੂ ਵੀ ਜਾਣਦੇ ਨੇ ਕਿਉਂਕਿ ਮਹਾਰਾਜ ਤੇ ਘਟ ਘਟ ਕੇ ਅੰਤਰ ਕੀ ਜਾਣਤ ਪਾਤਸ਼ਾਹ ਜੀ। ਜਦੋਂ ਮਹਾਰਾਜ ਨੇ ਫਿਰ ਸੱਚਖੰਡ ਜਾਣ ਦਾ ਸਮਾਂ ਨੇੜੇ ਵੇਖ ਕੇ, ਇੱਕ ਦਿਨ ਕੀ ਹੋਇਆ, ਦੁਪਹਿਰ ਦਾ ਸਮਾਂ ਤੇ ਮਹਾਰਾਜ ਆਪਣੇ ਤੰਬੂ ਦੇ ਵਿੱਚ ਬਰਾਜੇ ਹੋਏ ਲੰਮੇ ਪਏ ਹੋਏ। ਦੁਪਹਿਰ ਦਾ ਸਮਾਂ ਵੇਖ ਕੇ ਸੇਵਾਦਾਰ ਵੀ ਇੱਧਰ ਉੱਧਰ ਹੋ ਗਿਆ, ਕੋਈ ਆਪਣੇ ਕੰਮ ਲੱਗ ਗਿਆ, ਕੋਈ ਬਸਤਰ ਧੋਂਦਾ ਪਿਆ, ਕੋਈ ਪ੍ਰਸ਼ਾਦਾ ਛਕਦਾ ਪਿਆ। ਮਹਾਰਾਜ ਨੇ ਮਾਣੀ ਪ੍ਰੇਰ ਕੇ ਸਾਰਿਆਂ ਨੂੰ ਆਸੇ ਪਾਸੇ ਆਪਣੇ ਆਪ ਹੀ ਕਰ ਦਿੱਤਾ। ਇੱਕ ਅੱਧਾ ਕੋਈ ਸੇਵਾਦਾਰ ਮਹਾਰਾਜ ਤੇ ਦਰਵਾਜ਼ੇ ਤੇ ਖਲੋਤਾ। ਜਦੋਂ ਇਹਨਾਂ ਪਠਾਨ ਪੋਤਰਿਆਂ ਨੇ ਵੇਖਿਆ ਨਾ ਵੀ ਮਹਾਰਾਜ ਇਸ ਵੇਲੇ ਇਕੱਲੇ ਔਰ ਸੁੱਤੇ ਪਏ ਨੇ, ਆਰਾਮ ਕਰਦੇ ਪਏ, ਬੜੀ ਫੁਰਤੀ ਦੇ ਨਾਲ ਦੋਨੇ ਜਾਣੇ ਭੱਜੇ, ਦੌੜ ਕੇ ਉਹ ਤੰਬੂ ਦੇ ਵਿੱਚ ਵੜ ਗਏ। ਸਿੱਖ ਕਿਤੇ 1-2 ਬਾਹਰ ਪਹਿਰੇ ਤੇ ਖਲੋਤੇ, ਫੜਦਿਆਂ ਕਰਦਿਆਂ ਸਾਵਧਾਨ ਹੁੰਦਿਆਂ ਭੱਜ ਕੇ ਤੰਬੂ ਦੇ ਵਿੱਚ ਵੜ ਗਿਆ। ਮਹਾਰਾਜ ਸੁੱਤੇ ਹੋਏ ਸਨ ਤੇ ਇਹਨਾਂ ਨੇ ਬੜੇ ਜ਼ੋਰ ਦੀ ਖੰਜਰ ਜਿਹੜਾ ਸੀ ਮਹਾਰਾਜ ਦੇ ਸੀਨੇ ਵਿੱਚ ਜਾ ਕੇ ਮਾਰਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੀ ਤੇਗ ਦਾ ਵਾਰ ਕੀਤਾ। ਇੱਕ ਨੂੰ ਤੇ ਉੱਥੇ ਹੀ ਮਹਾਰਾਜ ਨੇ ਮੌਤ ਦੀ ਨੀਂਦ ਸਵਾ ਦਿੱਤਾ। ਜਦੋਂ ਤੇਗ ਚੱਲੀ ਨਾ ਮਹਾਰਾਜ ਦੇ ਹੱਥੋਂ ਤੇ ਇੱਕ ਦਾ ਸਿਰ ਤੇ ਉੱਥੇ ਹੀ ਵੱਢਿਆ ਗਿਆ। ਤੇ ਦੂਜਾ ਜਦੋਂ ਭੱਜ ਕੇ ਬਾਹਰ ਨਿਕਲਿਆ ਤੇ ਸਿੱਖਾਂ ਨੇ ਫੜ ਲਿਆ। ਸਾਰੀ ਕਰਤੂਤ ਆਪਣੀ ਦੱਸ ਦਿੱਤੀ ਵੀ ਅਸੀਂ ਫਲਾਣੇ ਵਿਅਕਤੀ ਹਾਂ ਤੇ ਸਾਨੂੰ ਇਸ ਤਰ੍ਹਾਂ ਵਜ਼ੀਰ ਖਾਨ ਨੇ ਭੇਜਿਆ। ਮਹਾਰਾਜ ਨੂੰ ਫੱਟੜ ਹੋਇਆ ਸੁਣਿਆ ਬਹਾਦਰ ਸ਼ਾਹ ਭੱਜ ਕੇ ਪਹੁੰਚਿਆ ਮਹਾਰਾਜ ਦੀ ਸ਼ਰਨ ਵਿੱਚ, ਕਹਿਣ ਲੱਗਾ ਪਾਤਸ਼ਾਹ ਹੁਕਮ ਕਰੋ, ਇਹਨਾਂ ਨੂੰ ਕੀ ਸਜ਼ਾਵਾਂ ਦੇਵਾਂ। ਉਸ ਵੇਲੇ ਬਹਾਦਰ ਸ਼ਾਹ ਨੇ ਫਿਰ ਇੱਕ ਅੰਗਰੇਜ਼ ਡਾਕਟਰ ਦਾ ਪ੍ਰਬੰਧ ਕੀਤਾ। ਉਹ ਆਇਆ ਮਹਾਰਾਜ ਦੇ ਕੋਲ, ਸਤਿਗੁਰਾਂ ਦੇ ਜ਼ਖਮ ਨੂੰ ਆ ਕੇ ਉਸਨੇ ਸੀਤਾ, ਟੰਕੇ ਲਾ ਕੇ ਪੱਟੀ ਕਰਕੇ ਦਵਾਈ ਬੂਟੀ ਜੋ ਉਹਦੇ ਕੋਲ ਇਲਾਜ ਸੀ ਉਸਨੇ 10ਵੇਂ ਗੁਰੂ ਪਾਤਸ਼ਾਹ ਦਾ ਕੀਤਾ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਜ਼ਖਮ ਰਾਜੀ ਹੁੰਦਾ ਜਾਂਦਾ, ਅੱਗੇ ਨਾਲੋਂ ਹੋਰ ਸਰੀਰ ਜਿਹੜਾ ਚੜ੍ਹਦੀ ਕਲਾ ਵਿੱਚ ਹੁੰਦਾ ਪਿਆ। ਇੱਕ ਦਿਨ ਕੀ ਹੋਇਆ, ਮਹਾਰਾਜ ਦੀਵਾਨ ਵਿੱਚ ਬੈਠੇ, ਜਿਸ ਤਰ੍ਹਾਂ ਆਪ ਸੰਗਤਾਂ ਬੈਠੇ ਹੋ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ। ਮਹਾਰਾਜ ਜੀਆਂ ਦੇ ਸਾਹਮਣੇ 9 ਟੰਕਾ ਧਨੁੱਖ ਪਿਆ ਹੋਇਆ। ਇਤਿਹਾਸ ਦੇ ਵਿੱਚ ਬੜੀ ਵਾਰੀ ਇਹ ਬਚਨ ਆਇਆ ਵੀ 9 ਟੰਕਾ ਧਨੁੱਖ ਜਿਹੜਾ ਸੀ ਤੀਰ ਕਮਾਨ ਮਹਾਰਾਜ ਚਲਾਉਂਦੇ। ਇੱਕ ਟੰਕ ਦੇ ਵਿੱਚ 25 ਸੇਰ ਵਜਨ ਮੰਨਿਆ ਜਾਂਦਾ, 2.25 ਕੁਆਂਟਲ ਵਜਨ ਆਪਾਂ ਕਹਿ ਸਕਦੇ। 2.25 ਕੁਆਂਟਲ ਤੋਂ ਭਾਵ ਇਹ ਹੁੰਦਾ ਗੁਰਮੁਖੋ, ਜਿਸ ਦੀ ਬਾਂਹ ਦੇ ਵਿੱਚ ਇੰਨਾ ਜ਼ੋਰ ਹੋਵੇ ਵੀ 2.25 ਕੁਆਂਟਲ ਭਾਰ ਚੁੱਕ ਸਕੇ ਇੱਕ ਬਾਂਹ, ਉਹ ਬੰਦਾ ਇਸ ਤੀਰ ਨੂੰ ਚਲਾ ਸਕਦਾ ਸੀ, ਕਮਾਨ ਨੂੰ ਖਿੱਚ ਸਕਦਾ ਸੀ। ਕਮਾਨ ਇੰਨਾ ਸਖਤ ਤੇ ਮਜ਼ਬੂਤ ਸੀ ਵੀ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਉਸ ਨੂੰ ਕੋਈ ਚਲਾ ਨਹੀਂ ਸੀ ਸਕਦਾ। ਜਦੋਂ ਉਸ ਦੇ ਵਿੱਚ ਤੀਰ ਰੱਖ ਕੇ ਤੇ ਖਿੱਚਿਆ ਜਾਂਦਾ ਸੀ ਨਾ ਉਹਦੇ ਚਿੱਲੇ ਨੂੰ, ਤੇ ਖਿੱਚਣ ਵਾਸਤੇ ਇੰਨਾ ਜ਼ੋਰ ਚਾਹੀਦਾ ਸੀ ਜਿੰਨਾ ਜ਼ੋਰ 2.25 ਕੁਆਂਟਲ ਭਾਰ ਚੁੱਕਣ ਵਾਸਤੇ ਬਾਂਹ ਨੂੰ ਚਾਹੀਦਾ। ਕਈ ਵਾਰੀ ਕੁਝ ਲੋਕ ਇਹ ਕਹਿ ਦਿੰਦੇ ਵੀ ਮਹਾਰਾਜ ਦਾ ਧਨੁੱਖ ਇੰਨਾ ਭਾਰਾ ਸੀ। ਧਨੁੱਖ ਇੰਨਾ ਭਾਰਾ ਨਹੀਂ ਸੀ, ਧਨੁੱਖ ਤੇ ਠੀਕ ਹੀ ਹੈ, ਇੰਨਾ ਵਜਨਦਾਰ 2.25 ਕੁਆਂਟਲ ਦਾ ਤੀਰ ਕਮਾਨ ਨਹੀਂ ਸੀ। 2.25 ਕੁਆਂਟਲ ਤੋਂ ਭਾਵ ਇਹ ਹੈ ਉਹ ਸਖਤ ਇੰਨਾ ਸੀ ਵੀ ਚੱਲਦਾ ਤਾਂ ਸੀ ਵੀ ਜੇ ਬੰਦਾ ਇੰਨੀ ਸਮਰੱਥਾ ਰੱਖਦਾ ਹੋਵੇ, ਇੰਨਾ ਭਾਰ ਆਪਣੀ ਇੱਕ ਬਾਂਹ ਨਾਲ ਚੁੱਕ ਸਕਦਾ ਹੋਵੇ ਤੇ ਤਾਂ ਉਹ ਤੀਰ ਖਿੱਚਿਆ ਜਾ ਸਕਦਾ ਉਹਦੇ ਵਿੱਚ ਪਾ ਕੇ, ਇੰਨਾ ਜ਼ੋਰ ਚਾਹੀਦਾ ਸੀ। ਜਦੋਂ ਮਹਾਰਾਜ ਦੇ ਸਾਹਮਣੇ ਪਿਆ ਨਾ ਤਾਂ ਕੋਈ ਸੂਰਮੇ ਆਏ ਮੱਥਾ ਟੇਕਣ, ਤੇ ਉਹਨਾਂ ਨੇ ਸਾਹਮਣੇ ਵੇਖਿਆ ਧਨੁੱਖ ਤੇ ਹੱਸ ਪਏ, ਆਪਸ ਵਿੱਚ ਇੱਕ ਦੂਜੇ ਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਵੇਖੋ ਮਹਾਰਾਜ ਨੇ ਟੌਰ ਬਣਾਉਣ ਵਾਸਤੇ ਕਿੱਡਾ ਵੱਡਾ ਤੀਰ ਕਮਾਨ ਅੱਗੇ ਰੱਖਿਆ। ਇਹ ਮਹਾਰਾਜ ਨੇ ਵਿਖਾਵਾ ਹੀ ਕੀਤਾ ਹੈ। ਮਹਾਰਾਜ ਦਾ ਕੱਦ ਕਾਠ ਵੀ ਕੋਈ ਐਡਾ ਬਹੁਤਾ ਵੱਡਾ ਨਹੀਂ ਤੇ ਸਰੀਰ ਵੀ ਕੋਈ ਬਹੁਤਾ ਭਲਵਾਨਾਂ ਵਰਗਾ ਨਹੀਂ ਹੈ। ਸਰੀਰ ਵੀ ਆਮ ਹੈ, ਕੱਦ ਕਾਠ ਵੀ ਆਮ ਹੈ, ਐਡਾ ਵੱਡਾ ਤੀਰ ਕਮਾਨ ਨਹੀਂ ਚਲਾਇਆ ਨਹੀਂ ਜਾ ਸਕਦਾ। ਇਹ ਮਹਾਰਾਜ ਨੇ ਵਿਖਾਵੇ ਵਾਸਤੇ ਰੱਖਿਆ, ਦੁਨੀਆ ਦੇ ਉੱਪਰ ਪ੍ਰਭਾਵ ਪਾਉਣ ਵਾਸਤੇ ਰੱਖਿਆ।
ਇਹ ਆਪਸ ਵਿੱਚ ਉਹਨਾਂ ਨੇ ਸਲਾਹ ਕਰਕੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਤੇ ਨਾਲੇ ਥੋੜ੍ਹਾ ਜਿਹਾ ਮਸ਼ਕਰੀ ਵਿੱਚ ਹੱਸ ਪਏ। ਹੁਣ ਮਹਾਰਾਜ ਤੇ ਜਾਣਦੇ ਸਨ ਵੀ ਇਹਨਾਂ ਦੇ ਮਨ ਵਿੱਚ ਕੀ ਆਇਆ। ਸਤਿਗੁਰੂ ਇਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਸਿੱਖ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਆ ਤੀਰ ਕਮਾਨ ਸਾਨੂੰ ਫੜਾਓ। ਫੜਾਇਆ ਗਿਆ ਉਸੇ ਵੇਲੇ। ਮਹਾਰਾਜ ਕਹਿੰਦੇ ਤੀਰ ਲੈ ਕੇ ਆਓ। ਤੀਰ ਲਿਆਂਦਾ। ਪਾਤਸ਼ਾਹ ਨੇ ਉਹਨਾਂ ਨੂੰ ਵਿਖਾ ਕੇ ਉਹਨਾਂ ਦੇ ਸਾਹਮਣੇ ਜੜ ਕੇ ਚਿੱਲੇ ਦੇ ਵਿੱਚ ਤੀਰ ਮਹਾਰਾਜ ਨੇ ਖਿੱਚ ਕੇ ਜਦੋਂ ਚਲਾਇਆ, ਵੇਖ ਕੇ ਹੈਰਾਨ ਹੋ ਗਿਆ ਵੀ ਨਹੀਂ, ਵਿਖਾਵੇ ਵਾਲਾ ਨਹੀਂ, ਮਹਾਰਾਜ ਵਾਕਿਆ ਹੀ ਚਲਾਉਣਾ ਜਾਣਦੇ। ਐਵੇਂ ਨਹੀਂ ਵੀ 4-4 ਮੀਲ ਤੱਕ ਮਹਾਰਾਜ ਦੇ ਤੀਰ ਜਾਂਦੇ ਸਨ। ਉਹ ਜਾਣ ਦਾ ਕਾਰਨ ਇਹ ਆ ਵੀ ਉਹ ਤੀਰ ਨੂੰ ਚਲਾ ਹੀ 10ਵੇਂ ਪਾਤਸ਼ਾਹ ਸਕਦੇ ਸਨ। ਪਹਾੜੀ ਰਾਜਿਆਂ ਨੂੰ ਐਵੇਂ ਹੱਥਾਂ ਪੈਰਾਂ ਦੀ ਨਹੀਂ ਸੀ ਪੈ ਗਈ। ਉਹ ਤਾਂ ਪਈ ਸੀ ਵੀ ਮਹਾਰਾਜ ਦੇ ਤੀਰਾਂ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਤੁਸੀਂ ਇਤਿਹਾਸ ਵਿੱਚ ਬਚਨ ਕਈ ਵਾਰੀ ਪੜ੍ਹਦੇ ਹੋ ਵੀ ਚਮਕੌਰ ਦੀ ਗੜੀ ਨੂੰ ਘੇਰਾ ਪਾ ਕੇ ਫੌਜ ਦੂਰ ਦੂਰ ਬੈਠੀ ਰਹੀ ਹੈ। ਉਹਦੇ ਬੈਠਣ ਦਾ ਕਾਰਨ ਇਹ ਸੀ ਵੀ ਸਭ ਨੂੰ ਪਤਾ ਸੀ ਵੀ ਮਹਾਰਾਜ ਦਾ ਤੀਰ ਬੜੀ ਦੂਰ ਤੱਕ ਮਾਰ ਕਰਦਾ ਤੇ ਜਿੱਧਰ ਨੂੰ ਚੱਲਦਾ ਹੈ ਇੱਕ ਦੇ ਸੀਨੇ ਵਿੱਚ ਵੱਜ ਕੇ ਮਹਾਰਾਜ ਦਾ ਤੀਰ ਖਲੋਂਦਾ ਨਹੀਂ ਹੈ। ਇੱਕ ਦੇ ਸੀਨੇ ਨੂੰ ਪਾੜ ਕੇ ਦੂਜੇ ਦਾ ਸੀਨਾ ਤੇ ਦੂਜੇ ਦਾ ਸੀਨਾ ਪਾੜ ਕੇ ਤੀਜੇ ਦਾ ਸੀਨਾ ਪਾੜਨ ਦੀ ਸਮਰੱਥਾ ਮਹਾਰਾਜ ਦੇ ਤੀਰ ਰੱਖਦੇ ਸਨ। ਜਿੱਧਰ ਨੂੰ ਚੱਲਦੇ ਸਨ ਉਹ ਤੀਰ ਸਥਰਾਂ ਦੇ ਸਥਰ ਵਿੱਚ ਜਾਂਦੇ ਸਨ। ਇਹ ਭੈ ਸੀ ਦੁਸ਼ਮਣਾਂ ਦੇ ਮਨ ਵਿੱਚ, ਤਾਂ ਹੀ ਉਹ ਚਮਕੌਰ ਦੀ ਗੜੀ ਦੇ ਨੇੜੇ ਨਹੀਂ ਹੋ ਸਕੇ, ਦੂਰ ਖਲੋਤੇ ਰਹੇ। ਸਤਿਗੁਰਾਂ ਨੇ ਜਦੋਂ ਇੱਕ ਤੀਰ ਚਲਾਇਆ ਤੇ ਸਿੱਖਾਂ ਨੇ ਆਖਿਆ ਮਹਾਰਾਜ ਬਸ ਕਰੋ। ਆਪ ਜੀ ਦੇ ਛਾਤੀ ਦੇ ਵਿੱਚ ਸੀਨੇ ਦੇ ਵਿੱਚ ਤਾਜ਼ੇ ਤਾਜ਼ੇ ਟੰਕੇ ਲੱਗੇ ਨੇ, ਟੰਕੇ ਟੁੱਟ ਜਾਣਗੇ ਕਿਉਂਕਿ ਜ਼ੋਰ ਲੱਗੇਗਾ ਨਾ ਜਦੋਂ ਤੀਰ ਚੱਲਣਗੇ। ਤੇ ਸਤਿਗੁਰੂ ਤੇ ਆਪ ਭਾਣਾ ਵਰਤਾਉਣਾ ਚਾਹੁੰਦੇ, ਕਹਿਣ ਲੱਗੇ ਲਿਆਓ ਤੀਰ। ਇੱਕ ਨਾਲ ਨਹੀਂ ਗੱਲ ਬਣੀ ਹੈ। 1 2 3 4 ਬੇਅੰਤ ਤੀਰ ਮਹਾਰਾਜ ਨੇ ਚਲਾਏ। ਜਦੋਂ ਖਿੱਚ ਕੇ ਤੀਰ ਚਲਾਏ ਤੇ ਉਹ ਜਿਹੜਾ ਜ਼ਖਮ ਸੀ ਨਾ ਸੀਤਾ ਹੋਇਆ ਡਾਕਟਰ ਵੱਲੋਂ, ਉਹ ਟੰਕੇ ਟੁੱਟ ਗਏ ਤੇ ਜ਼ਖਮ ਖੁੱਲ੍ਹ ਗਿਆ ਪਹਿਲਾਂ ਦੇ ਵਾਂਗ। ਉਹਦੇ ਵਿੱਚੋਂ ਲਹੂ ਵਗਣ ਲੱਗ ਪਿਆ। ਸਿੱਖਾਂ ਨੇ ਭੱਜ ਕੇ ਅੱਗੇ ਹੋ ਕੇ ਮਹਾਰਾਜ ਨੂੰ ਸੰਭਾਲਿਆ। ਮਹਾਰਾਜ ਇਹ ਆਪ ਜੀ ਕੀ ਭਾਣਾ ਵਰਤਾਉਂਦੇ ਪਏ। ਛੇਤੀ ਦੇ ਨਾਲ ਜ਼ਖਮ ਨੂੰ ਉਸ ਵੇਲੇ ਕੱਪੜੇ ਨਾਲ ਬੱਧਾ, ਡਾਕਟਰ ਦਾ ਇੰਤਜ਼ਾਮ ਕਰਨ ਦੀ ਬੇਨਤੀ ਕੀਤੀ। ਮਹਾਰਾਜ ਕਹਿੰਦੇ ਨਹੀਂ, ਸੱਚਖੰਡ ਨੂੰ ਜਾਣ ਦਾ ਸਮਾਂ ਆ ਗਿਆ, ਇਹ ਅਸੀਂ ਬਿਧ ਆਪੇ ਹੀ ਬਣਾਈ ਹੈ। ਸੋ ਉਸ ਵੇਲੇ ਫਿਰ ਮਹਾਰਾਜ ਨੇ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕੇ ਉਹ ਸਿੱਖੋ, ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰੋ, ਸਾਡੀ ਚਿਖਾ ਤਿਆਰ ਕਰੋ, ਅਸੀਂ ਸੱਚਖੰਡ ਨੂੰ ਜਾਵਾਂਗੇ। ਲੰਗਰ ਬਣਾਉਣ ਵਾਲੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਹੁਕਮ ਹੋਇਆ ਵੀ ਲੰਗਰ ਪ੍ਰਸ਼ਾਦਾ ਖੁੱਲ੍ਹਾ ਬਣਾਓ ਅਤੇ ਸਾਡੇ ਸਾਹਮਣੇ ਸਾਡੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤ ਵਿੱਚ ਲੰਗਰ ਵਰਤਾਇਆ ਜਾਵੇ। ਵਿਦਵਾਨ ਕਹਿੰਦੇ ਨੇ ਬੜਾ ਸੋਹਣਾ ਤੇ ਕਈ ਤਰ੍ਹਾਂ ਦਾ ਪਕਵਾਨ ਜਿਹੜਾ ਸੀ ਨਾ ਮਹਾਰਾਜ ਦੇ ਲੰਗਰ ਵਿੱਚ ਤਿਆਰ ਹੋਇਆ। ਸੰਗਤਾਂ ਜਿੱਥੇ ਜਿੱਥੇ ਪਤਾ ਲੱਗਾ ਦੌੜ ਪਈਆਂ ਉਸੇ ਵੇਲੇ। ਜਿਹਨੂੰ ਪਤਾ ਲੱਗਾ, ਕੋਈ ਨੇੜੇ ਸੀ ਨਾ, ਨੇੜੇ ਪਿੰਡ ਵਾਲੇ ਭੱਜ ਪਏ ਵੀ ਮਹਾਰਾਜ ਭਾਣਾ ਵਰਤਾਉਣ ਲੱਗੇ। ਜਿਹੜੇ ਗੁਰੂ ਕੇ ਕੀਰਤਨੀਏ ਸਨ, ਕੀਰਤਨ ਕਰਨ ਵਾਲੇ, ਮਹਾਰਾਜ ਨੇ ਉਹਨਾਂ ਨੂੰ ਕਹਿ ਕੇ ਕੀਰਤਨ ਪਹਿਲਾਂ ਹੀ ਸ਼ੁਰੂ ਕਰਵਾ ਦਿੱਤਾ। ਆਖਿਆ ਇਹਨਾਂ ਸ਼ਬਦਾਂ ਦਾ ਕੀਰਤਨ ਕਰੋ। ਵੈਰਾਗਮਈ ਸ਼ਬਦ ਪੜ੍ਹੇ ਜਾ ਰਹੇ ਨੇ, ਲੰਗਰ ਪ੍ਰਸਾਦੇ ਚੱਲਦੇ ਪਏ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਫਿਰ ਇਸ਼ਨਾਨ ਪਾਨ ਕਰਕੇ, ਵਿਦਵਾਨਾਂ ਨੇ ਲਿਖਿਆ ਜਿਸ ਦਿਨ ਮਹਾਰਾਜ ਸੱਚਖੰਡ ਨੂੰ ਗਏ, ਪੀਲੇ ਰੰਗ ਦੇ ਬਸਤਰ ਮਹਾਰਾਜ ਜੀਆਂ ਨੇ ਆਪਣੇ ਤਨ 'ਤੇ ਧਾਰਨ ਕੀਤੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਫਿਰ ਜਿਹੜੀ ਚਿਖਾ ਤਿਆਰ ਕੀਤੀ ਨਾ, ਉਹਦੇ 4 ਚੁਫੇਰੇ ਤੰਬੂ ਲਵਾਇਆ ਮਹਾਰਾਜ ਨੇ ਤੇ ਬਚਨ ਕੀਤਾ ਵੀ ਇਸ ਤੰਬੂ ਦੇ ਅੰਦਰ ਕੋਈ ਨਾ ਆਵੇ। ਤੇ ਦੂਜਾ ਬਚਨ ਇਹ ਕੀਤਾ ਵੀ ਸਾਡੀ ਚਿਖਾ ਨੂੰ ਫਰੋਲੇ ਕੋਈ ਨਾ, ਸਾਡੇ ਅੰਗੀਠੇ ਨੂੰ ਫਰੋਲਿਆ ਨਾ ਜਾਵੇ। ਇਸੇ ਤਰ੍ਹਾਂ ਹੀ ਇਸ ਨੂੰ ਢੱਕ ਦੇਣਾ ਹੈ। ਇਹ ਬਚਨ ਕਰਕੇ ਮਹਾਰਾਜ ਜੀ ਉਸ ਚਿਖਾ ਦੇ ਅੰਦਰ ਚਲੇ ਗਏ। ਆਪਣੀ ਆਤਮਿਕ ਬਲ ਦੇ ਨਾਲ ਉਸ ਚਿਖਾ ਨੂੰ ਬਾਲਿਆ ਮਹਾਰਾਜ ਨੇ। ਤੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸਿੱਖਾਂ ਦੇ ਮਨ ਵਿੱਚ ਬੜਾ ਵਿਰਾਗ ਹੈ। ਸਿੱਖ ਰੋਂਦੇ ਪਏ, ਸਤਿਗੁਰੂ ਪਾਤਸ਼ਾਹ ਜੀ ਚਲੇ ਗਏ ਨੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਮਹਾਰਾਜ ਨੇ ਹੁਕਮ ਕੀਤਾ ਵੀ ਅਸੀਂ ਸੱਚਖੰਡ ਨੂੰ ਜਾ ਰਹੇ ਹਾਂ, ਤੇ ਉਸ ਵੇਲੇ ਸਿੱਖਾਂ ਨੇ ਆਖਿਆ ਮਹਾਰਾਜ ਫਿਰ ਅਗਲਾ ਗੁਰੂ ਕੌਣ ਹੋਵੇਗਾ?
ਤੁਸੀਂ ਹਜੂਰ ਸਾਹਿਬ ਜਾਂਦੇ ਨਾ ਦਰਸ਼ਨ ਕਰਨ ਵਾਸਤੇ, 2 ਨਿਸ਼ਾਨ ਸਾਹਿਬ ਨੇ ਸੱਚਖੰਡ ਸਥਾਨ ਦੇ ਸਾਹਮਣੇ। ਇੱਕ ਪੌੜੀਆਂ ਚੜ੍ਹ ਕੇ ਉੱਪਰ ਹੈ, ਬਿਲਕੁਲ ਸੱਚਖੰਡ ਸਾਹਿਬ ਦੇ ਕੋਲ, ਇੱਕ ਪੌੜੀਆਂ ਦੇ ਥੱਲੇ ਹੈ। ਜਿਹੜਾ ਥੱਲੇ ਵਾਲਾ ਨਿਸ਼ਾਨ ਸਾਹਿਬ ਹੈ, ਇੱਥੇ ਤੰਬੂ ਲਗਵਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ 5 ਸਿੱਖਾਂ ਨੂੰ ਮਹਾਰਾਜ ਦੀ ਤਾਬਿਆ ਖੜੇ ਕਰਕੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਨਾਲ ਹੀ ਬਚਨ ਕੀਤੇ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ, ਪੰਥ ਨੂੰ ਤਾਬਿਆਦਾਰ ਕੀਤਾ ਮਹਾਰਾਜ ਨੇ। 5 ਸਿੱਖ ਮਹਾਰਾਜ ਦੀ ਤਾਬਿਆ ਉਸ ਵੇਲੇ ਖੜੇ ਕੀਤੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਆਪ ਸੱਚਖੰਡ ਨੂੰ ਚਲੇ ਗਏ। ਸਿੱਖ ਵੈਰਾਗ ਕਰਦੇ ਨੇ। ਇੱਕ ਸਾਧੂ ਜਿਹੜਾ ਜੰਗਲ ਵਿੱਚ ਬੰਦਗੀ ਕਰਦਾ ਪਿਆ ਸੀ, ਫਿਰ ਉਹਨੂੰ ਮਹਾਰਾਜ ਨੇ ਦਰਸ਼ਨ ਦਿੱਤੇ, ਨਾਲੇ ਪ੍ਰਸ਼ਾਦ ਦਿੱਤਾ, ਨਾਲੇ ਬਚਨ ਆਖੇ ਜਾ ਕੇ ਸੰਗਤਾਂ ਨੂੰ ਕਹੋ ਵੈਰਾਗ ਨਾ ਕਰਨ, ਅਸੀਂ ਆਪਣੇ ਖਾਲਸੇ ਦੇ ਸਦਾ ਅੰਗ ਸੰਗ ਹਾਂ, ਸਦਾ ਹੀ ਆਪਣੇ ਖਾਲਸੇ ਦੇ ਵਿੱਚ ਵਸਦੇ ਪਏ ਹਾਂ, ਅਸੀਂ ਉਹਨਾਂ ਤੋਂ ਦੂਰ ਨਹੀਂ। ਸਾਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਡੀਆਂ ਸੰਗਤਾਂ ਸਿੱਖ ਵੈਰਾਗ ਨਾ ਕਰਨ। ਸਾਧੂ ਫਿਰ ਹੁਕਮ ਸੁਣ ਕੇ ਸੰਗਤਾਂ ਨੂੰ ਦੱਸਣ ਵਾਸਤੇ ਹਜ਼ੂਰ ਸਾਹਿਬ ਨੰਦੇੜ ਆ ਕੇ ਪਹੁੰਚਿਆ। ਪਰ ਫਿਰ ਵੀ ਮਹਾਰਾਜ ਦੇ ਕਹਿਣ ਤੋਂ ਮਗਰੋਂ ਵੀ ਮਹਾਰਾਜ ਦਾ ਚਿਖਾ ਜਿਹੜੀ ਸੀ ਉਹ ਸਵੇਰੇ ਫਰੋਲੀ ਗਈ ਹੈ। ਉਹਦੇ ਵਿੱਚੋਂ ਇੱਕ ਕਮਰ ਕੱਸੇ ਦੀ ਮਹਾਰਾਜ ਦੀ ਜਿਹੜੀ ਕਿਰਪਾਨ ਹੈ ਨਾ, ਛੋਟੀ ਕਿਰਪਾਨ ਕਮਰ ਕੱਸੇ ਦੀ, ਉਹ ਮਿਲੀ ਹੈ। ਉਹਦੇ ਤੋਂ ਬਿਨਾਂ ਕੁਝ ਨਹੀਂ ਉੱਥੋਂ ਪ੍ਰਾਪਤ ਹੋਇਆ। ਸਤਿਗੁਰਾਂ ਦਾ ਹੁਕਮ ਮੰਨਣ ਲੱਗਿਆ ਇੱਥੇ ਸਿੱਖਾਂ ਨੇ ਭੁੱਲ ਕਰ ਦਿੱਤੀ ਹੈ। ਫਿਰ ਉਸ ਜਗ੍ਹਾ ਨੂੰ ਢੱਕ ਕੇ ਉਸੇ ਤਰ੍ਹਾਂ ਥੜਾ ਬਣਾਇਆ ਗਿਆ ਜਿੱਥੇ ਆਪ ਸੰਗਤਾਂ ਦਰਸ਼ਨ ਕਰਦੇ ਹੋ। ਸੱਚਖੰਡ ਸਾਹਿਬ ਦੇ ਅੰਦਰਲੇ ਬੰਨੇ ਸ਼ਸਤਰ ਸਜਾਏ ਹੋਏ ਨੇ। ਆਪਾਂ ਬਾਹਰੋਂ ਦਰਵਾਜ਼ੇ ਤੋਂ ਨਮਸਕਾਰ ਕਰਦੇ ਹਾਂ। ਬਿਲਕੁਲ ਇਸੇ ਸਥਾਨ ਦੇ ਥੱਲੇ ਮਹਾਰਾਜ ਦਾ ਉਹ ਸਥਾਨ ਹੈ ਜਿੱਥੇ ਅੰਤਮ ਸੰਸਕਾਰ ਹੋਇਆ। ਥੱਲੇ ਵਾਲੀ ਮੰਜ਼ਲ ਜਿਹੜੀ ਹੈ ਉਹ ਬਿਲਕੁਲ ਢੱਕੀ ਹੋਈ ਹੈ। 4 ਚੁਫੇਰਿਓਂ ਦਰਵਾਜ਼ੇ ਉਹਦੇ ਬੰਦ ਨੇ, ਥੱਲੇ ਜਾਣ ਦਾ ਕਿਸੇ ਨੂੰ ਹੁਕਮ ਨਹੀਂ ਹੈ। ਉੱਪਰ ਦੂਜੀ ਮੰਜ਼ਲ ਦੇ ਉੱਪਰ ਆਪਾਂ ਜਾ ਕੇ, ਜਦੋਂ ਹੁਣ ਆਪਾਂ ਜਾਂਦੇ ਹਾਂ ਦਰਸ਼ਨ ਕਰਨ, ਦੂਜੀ ਮੰਜ਼ਲ 'ਤੇ ਆਪਾਂ ਦਰਸ਼ਨ ਕਰਦੇ ਹਾਂ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਸਾਕਾ ਵਰਤਾਇਆ। ਅੱਜ ਦੇ ਦਿਨ ਮਹਾਰਾਜ ਜੀ ਜੋਤੀ ਜੋਤ ਸਮਾਏ। ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ। ਸਤਿਗੁਰੂ ਅਪਰੰਪਰ ਨੇ, ਐਸੀਆਂ ਦਾਤਾਂ ਬਖਸ਼ਣ ਵਾਲੇ ਹਨ। ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਇਹ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਸਾਡੇ 'ਤੇ ਕਿਰਪਾ ਕਰੋ। ਆਪ ਜੀ ਸੰਤਾਂ ਭਗਤਾਂ ਦੀ ਪੈਜ ਇੱਜ਼ਤ ਨੂੰ ਰੱਖਣ ਵਾਲੇ ਹੋ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ। ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਪਾਰੀ। ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਮਨ ਬੈਰਾਗ ਪਿਆ, ਦਰਸ਼ਨ ਦੇਖਨੇ ਕਾ ਚਾਉ। ਧਨ ਸੋ ਤੇਰਾ ਥਾਨ, ਧਨ ਸੋ तेरा थान। सूरज किरण मिले, जल का जल हुआरा। सूरज किरण मिले, जल का जल हुआरा। ज्योति ज्योत संपूर्ण प्यारा। ज्योति ज्योति